ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 43 ਅੰਗ ਤੇ ਬਖਸ਼ਿਸ਼ ਕਰ ਰਹੇ ਨੇ ਪਾਵਨ ਪਵਿੱਤਰ ਉਪਦੇਸ਼। ਰਹਾਉ ਦੀਆਂ ਪੰਕਤੀਆਂ ਹਨ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ। ਕੁਫੱਕੜੇ ਹੁੰਦੇ ਨੇ ਖੋਟੇ ਕੰਮ, ਸਭ ਮੁਕਦੀ ਚੱਲੀ ਰਹਿਣ। ਉਮਰ ਰੂਪੀ ਰਾਤ ਲੰਘ ਗਈ ਤੇਰੀ, ਲਾਹਾ ਹਲੇ ਤੱਕ ਲਿਆ ਹੀ ਨਹੀਂ ਕੋਈ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਰਾਗ 'ਚ 73ਵਾਂ ਸ਼ਬਦ ਬਖਸ਼ਿਸ਼ ਕਰਦੇ ਨੇ। 43 ਅੰਗ ਤੇ ਸਤਿਗੁਰੂ ਫਰਮਾਉਂਦੇ ਨੇ, ਇਹ ਜਿਹੜੇ ਸੰਸਾਰ ਦੇ ਜੀਵ ਨੇ, ਇਹ ਜਿਹੜੀ ਚੀਜ਼ ਮੂੰਹ 'ਚ ਜਿਵੇਂ ਹੌਲੀ ਹੌਲੀ ਚਗਲਦਿਆਂ ਹੋਇਆਂ ਰਸ ਲਏ ਤੋਂ ਬਿਨਾਂ ਹੀ ਬਾਹਰ ਸੁੱਟ ਦੇਣੀ, ਉਹਨੂੰ ਕਹਿੰਦੇ ਪਪੋਲਣਾ। ਜਿਵੇਂ ਅੱਜ ਕੱਲ੍ਹ ਨਿਆਣੇ ਖਾਂਦੇ ਨੇ ਚਿੰਗਮ ਜੀ, ਉਹ ਖਾਈ ਜਾਂਦੇ, ਹੁੰਦਾ ਤਾਂ ਕੁਛ ਵੀ ਨਹੀਂ ਹੈ ਉਹਦੇ 'ਚ, ਬਸ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ, ਫਿਰ ਸੁੱਟ ਦੇਣਾ, ਉਹਨੂੰ ਕਹਿੰਦੇ ਪਪੋਲਣਾ। ਨਾ ਉਹਦੇ 'ਚ ਕੋਈ ਅੰਦਰ ਨੂੰ ਗਿਆ ਨਾ ਬਾਹਰ ਨੂੰ ਗਿਆ, ਸਿਰਫ ਐਵੇਂ ਇੱਕ ਮੂੰਹ ਹੀ ਹਿਲਾਇਆ ਬਸ। ਆਓ ਉਸ ਅੱਖਰ ਨੂੰ ਸਤਿਗੁਰੂ ਕਹਿੰਦੇ ਭਲਕੇ ਉੱਠ ਪਪੋਲੀ ਹੈ, ਬਿਨ ਬੁੱਝੇ ਮੁਗਧ ਅਜਾਣ। ਸੋ ਜਿਹੜੇ ਸੰਸਾਰੀ ਲੋਕ ਨੇ ਹਮੇਸ਼ਾ ਸਵੇਰੇ ਉੱਠ ਕੇ ਗ੍ਰੰਥਾਂ ਨੂੰ ਪਪੋਲਦੇ ਹਨ, ਫਰੋਲਦੇ ਨੇ, ਇੱਧਰ ਉੱਧਰ ਪੱਤੇ ਉਲਟਾਈ ਜਾਂਦੇ ਨੇ, ਪਰ ਵਿੱਚੋਂ ਜਿਹੜਾ ਅਸਲ ਸਿਧਾਂਤ ਹੈ ਉਹਨੂੰ ਗ੍ਰਹਿਣ ਨਹੀਂ ਕਰਦੇ। ਭਲਕੇ ਉੱਠ ਪਪੋਲੀ ਹੈ, ਬਿਨ ਬੁੱਝੇ ਮੁਗਧ ਅਜਾਣ। ਸਿਧਾਂਤ ਦੇ ਬੁੱਝੇ ਤੋਂ ਬਿਨਾਂ ਇਹ ਜਿਹੜੇ ਮੂਰਖ ਜੀਵ ਨੇ, ਅਣਜਾਣ ਨੇ, ਅਗਿਆਤ ਨੇ, ਸਵੇਰੇ ਉੱਠਦਿਆਂ ਸਾਰੀ ਇਸ ਕਰਕੇ ਪਾਲਦੇ ਪੋਸਦੇ ਨੇ ਆਪਣੀ ਦੇਹੀ ਨੂੰ। ਨਾਮ ਸਿਮਰਨ ਦੇ ਬੁੱਝੇ ਤੋਂ ਬਿਨਾਂ ਸੰਸਾਰ ਦੇ ਵਿੱਚ ਜਿੰਨੇ ਲੋਕ ਨੇ ਅਗਿਆਨਤਾ ਸਹਿਤ ਹੋ ਰਹੇ ਨੇ। ਅਗਿਆਨ, ਜਿਵੇਂ ਸਤਿਗੁਰੂ ਨੇ ਇੱਕ ਅੱਖਰ ਵਰਤਿਆ ਮੂਰਖ ਪੁਰਸ਼। ਮੂਰਖ ਬਾਰੇ ਆਪਾਂ ਜਾਣ ਲਈਏ ਕਿ ਇੱਕ ਬੰਦਾ ਹੈ, ਉਹਨੂੰ ਜੇ ਕਹੀਏ ਕਿ ਬਾਹਰ ਮੀਂਹ ਪੈਂਦਾ ਅੰਦਰ ਨੂੰ ਆ ਜਾਓ, ਜਾਂ ਧੁੱਪ ਹੈ ਜ਼ਿਆਦੇ, ਉਹ ਅੰਦਰ ਨੂੰ ਆ ਜਾਂਦਾ। ਕਹਿੰਦੇ ਇੱਕ ਬੰਦੇ ਨੂੰ ਕਹੀਏ ਜੇ ਮੀਂਹ ਪੈਂਦਾ ਅੰਦਰ ਆ ਜਾ, ਕਹਿੰਦੇ ਕਿਉਂ ਆਵਾਂ, ਮੈਂ ਕੋਈ ਤੇਰਾ ਬੰਨਿਆ, ਤੇਰੇ ਆਖੇ ਕਿਉਂ ਲੱਗਾ। ਇਹ ਹੁੰਦਾ ਮੂਰਖ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਤਾਂ ਉਹ ਨੇ ਜਿਹੜੇ ਸੁਣਦਿਆਂ ਹੀ ਬਾਣੀ ਦਾ ਮੰਨਣ ਕਰਦੇ ਨੇ, ਇੱਕ ਉਹ ਨੇ ਜਿਹੜੇ ਅੱਗਿਓਂ ਜਵਾਬ ਸਵਾਲ ਕਰਦੇ ਨੇ, ਉਹ ਹੁੰਦੇ ਨੇ ਮੂਰਖ ਪੁਰਸ਼। ਉਹ ਕੀ ਕਰਦੇ ਨੇ, ਪਪੋਲੀਆ ਭਾਵ ਪਪੋਲਦੇ ਨੇ। ਲਓ ਜੀ ਉੱਥੇ ਆਹ ਲਿਖਿਆ ਸੀ, ਉੱਥੇ ਆਹ ਲਿਖਿਆ ਸੀ, ਫਲਾਣੇ ਥਾਂ ਆਹ ਲਿਖਿਆ ਸੀ। ਗੱਲ ਸੀ ਮੂਲ ਰੂਪ ਦੇ ਵਿੱਚ ਨਾਮ ਦਾ ਰਸ ਲੈਣ ਦੀ, ਗੱਲ ਸੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦੀ। ਪਰ ਅੱਜ ਦਾ ਸੰਸਾਰ ਨਾਮ ਦਾ ਰਸ ਲੈਣ ਦੀ ਬਜਾਏ ਇਹ ਬਿੰਦੀ ਐ ਨਹੀਂ, ਇੱਥੇ ਟਿੱਪੀ ਐ ਨਹੀਂ, ਇੱਥੇ ਵਿਸ਼ਰਾਮ ਐ ਨਹੀਂ, ਆਹ ਪੰਗਤੀ ਐ ਨਹੀਂ, ਉਹ ਫਲਾਨਾ ਗਲਤ ਕਰਦਾ, ਉਹ ਫਲਾਨਾ ਠੀਕ ਕਰਦਾ। ਇਹ 5 ਗੱਲਾਂ ਬੋਲੀਆਂ, 100 ਗੱਲ ਹੈ, ਇੱਦਾਂ ਦੀ 1000 ਵੀ ਹੋ ਸਕਦੀ। 1000 ਦੇ ਲਗਭਗ ਇੱਦਾਂ ਦੀਆਂ ਗੱਲਾਂ ਪਪੋਲਣਾ ਕਹਿੰਦੇ ਇਹਨੂੰ। ਉਹ ਨਹੀਂ ਠੀਕ, ਉਹ ਨਹੀਂ ਠੀਕ, ਉਹ ਨਹੀਂ ਠੀਕ, ਉਹ ਨਹੀਂ ਠੀਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਦੁਨੀਆ ਦੇ ਅੰਦਰ ਜਿੰਨੇ ਵੀ ਲੋਕ ਰੌਲਾ ਪਾਉਣ ਵਾਲੇ ਨੇ ਧਰਮ ਦੇ ਨਾਂ ਤੇ, ਧਰਮ ਦੇ ਕਰਮ ਨੂੰ ਕਰਨ ਵਾਲੇ ਦਿਖਾਵਾ ਮਾਤਰ, ਉਹਨਾਂ ਵਿੱਚੋਂ ਸਾਰਿਆਂ ਨੂੰ ਪੁੱਛੋ ਵੀ ਤੁਹਾਨੂੰ ਕਿਸੇ ਨੂੰ ਨਾਮ ਦਾ ਰਸ ਆਇਆ, ਕੋਈ ਮਨ ਦੀ ਇਕਾਗਰਤਾ ਹੋਈ ਤੁਹਾਡੀ? ਕਹਿੰਦੇ ਨਾ, ਉਹ ਤਾਂ ਨਹੀਂ ਆਇਆ। ਇਸ ਕਰਕੇ ਸਤਿਗੁਰੂ ਕਹਿੰਦੇ ਬਿਨ ਬੁੱਝੇ ਮੁਗਧ ਅਜਾਣ। ਜਿਹੜੀ ਸਟੇਜ ਹੈ ਮੁਗਧ ਦੀ, ਇਹ ਬਹੁਤ ਹੀ ਜ਼ਿਆਦਾ ਭੈੜੀ। ਅਜਾਣ ਉਦੋਂ ਵੀ ਭੈੜਾ। ਅਸੰਖ ਮੂਰਖ ਅੰਧ ਘੋਰ, ਜਿਵੇਂ ਮਹਾਰਾਜ ਨੇ ਬਚਨ ਲਿਖਿਆ, ਬਿਲਕੁਲ ਹੀ ਬੇਸਮਝ ਲੋਕ ਨੇ। ਨਾਮ ਦਾ ਰਸ ਲੈਣ ਦੀ ਬਜਾਏ ਬਾਣੀ ਦੀ ਫਰੋਲਾ ਫਰਾਲੀ ਜ਼ਿਆਦਾ ਕਰਦੇ ਨੇ। ਫਰੋਲਾ ਫਰਾਲੀ ਵਿੱਚ ਫਿਰ ਡਾਂਗ ਸੋਟਾ ਖੜਕਦਾ। ਉਹ ਕਹਿੰਦਾ ਇੱਥੇ ਵਿਸ਼ਰਾਮ ਨਹੀਂ, ਉਹ ਕਹਿੰਦਾ ਇੱਥੇ ਨਹੀਂ, ਦੋਨੋਂ ਲੜ ਪਏ ਆਪਸ ਵਿੱਚ। ਚਲੋ ਆਪੋ ਆਪਣੇ ਘਰ ਹੀ ਬਹਿ ਗਏ ਜਾ ਕੇ, ਮੈਂ ਉਹਦੇ ਨਾਲ ਨਹੀਂ ਬੋਲਣਾ, ਉਹ ਕਹਿੰਦਾ ਮੈਂ ਉਹਦੇ ਨਾਲ ਨਹੀਂ ਬੋਲਣਾ। ਉਹ ਅੱਧੇ ਲੋਕ ਆਪਣੇ ਵੱਲ ਕਰ ਲੈਂਦਾ, ਅੱਧੀ ਸੰਗਤ ਨੂੰ ਦੂਜੇ ਆਪਣੇ ਵੱਲ ਕਰ ਲੈਂਦੇ ਨੇ। ਉਹ ਸਾਰੀ ਸੰਗਤ ਦੇ ਪਹਿਲਾਂ 2 ਟੋਟੇ, ਫਿਰ 4 ਟੋਟੇ, ਫਿਰ 6 ਟੋਟੇ, ਸੰਗਤ ਪਾੜ ਕੇ ਅੱਡ ਅੱਡ ਕਰ ਲਈ ਸਾਰੀ। ਤੇ ਸਾਰੀ ਸੰਗਤ ਨੂੰ ਪੁੱਛੋ ਵੀ ਤੁਹਾਨੂੰ ਕੀ ਮਿਲਿਆ ਅੱਡ ਅੱਡ ਹੋ ਕੇ? ਕਦੇ ਕੋਈ ਇਕਾਗਰਤਾ, ਕੋਈ ਨਾਮ ਦਾ ਰਸ, ਕੋਈ ਚਿੱਤ ਦਾ ਟਿਕਾਓ, ਕੋਈ ਮਨ ਨੂੰ ਠੰਡ ਪਈ ਆ? ਨਹੀਂ, ਕਹਿੰਦੇ ਠੰਡ ਤਾਂ ਨਹੀਂ ਪਈ, ਪਾਰਟੀਬਾਜ਼ੀ ਵਧੀਆ ਬਣ ਗਈ ਸਾਡੀ, ਲੜਾਈ ਲੜੋਈ ਵਧੀਆ ਕਰ ਲੈਂਦੇ ਅਸੀਂ ਸਿੱਖਾਂ ਵਾਲਾ ਜਿਹੜਾ ਕੰਮ ਖਾਸ। ਇਸ ਕਰਕੇ ਕਹਿੰਦੇ ਮਹਾਰਾਜ ਨੇ ਵੀ ਕਿਹਾ ਕਿ ਖਾਲਸਾ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਕਹਿੰਦੇ ਉਹ ਤਾਂ ਸਾਡੇ ਕੋਲ ਹੈਗੀ ਗੱਲ,
ਭਈ ਨਾਮ ਦਾ ਰਸ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਮਹਾਰਾਜ ਕਹਿੰਦੇ ਨਾਮ ਦਾ ਰਸ ਵੀ ਤਾਂ ਲਓ। ਸੋ ਪ੍ਰਭ ਚਿਤ ਨਾ ਆਇਓ ਛੁਟੈਗੀ ਬੇਬਾਣ। ਉਹ ਕਰਤਾ ਪੁਰਖ ਵਾਹਿਗੁਰੂ ਦਾ ਨਾਮ ਤਾਂ ਕਦੇ ਚੇਤੇ ਹੀ ਨਹੀਂ ਆਇਆ, ਮਨ ਦੇ ਅੰਦਰ ਵਸਿਆ ਹੀ ਨਹੀਂ। ਇਹੀ ਮਨ 'ਚ ਹੁੰਦੀ ਕਿ ਕਿਹਨੂੰ ਕਦੋਂ ਸਿੱਟੀਏ, ਕਿਹਦੇ ਨਾਲ ਕਿੰਨੀ ਈਰਖਾ ਕਰੀਏ, ਕਿਹਦੇ ਨਾਲ ਕਿੰਨੀ ਦਵੈਸ਼ ਕਰੀਏ। ਇਸ ਲਈ ਅੰਤਮ ਸਮੇਂ ਉਹਨਾਂ ਦੀ ਜਿਹੜੀ ਹਾਲਤ ਹੋਣੀ ਆ, ਉਹਨਾਂ ਦੀ ਦੇਹ ਜਿਹੜੀ ਹੈ ਨਾ ਬੇਬਾਨ ਹੁੰਦੀ, ਬੀਆਬਾਨ ਉਜਾੜ 'ਚ ਛੁੱਟੇਗੀ। ਜਿੱਥੇ ਇਹਦੀ ਦੇਹੀ ਨੂੰ ਕੂਕਰ ਵੀ ਨਹੀਂ ਖਾਣਗੇ। ਨਾਮ ਸਿਮਰਨ ਤੋਂ ਬਿਨਾਂ ਬੇਬਾਨ ਹੁੰਦੀ, ਦਵੈਤ ਦੀ ਬਾਣੀ ਛੁੱਟੇਗੀ। ਭਾਵ ਜਿਹੜੀ ਦਵੈਸ਼ ਆ ਉਹਦੇ ਵਿੱਚ ਹੀ ਬੋਲੇਗਾ, ਪੁੱਠੀਆਂ ਗੱਲਾਂ ਕਰੇਗਾ। ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ। ਮਹਾਰਾਜ ਕਹਿੰਦੇ ਬੰਦਿਆ ਸਤਿਗੁਰਾਂ ਨਾਲ ਚਿੱਤ ਬਿਰਤੀ ਲਗਾ ਕੇ ਤੂੰ ਸਦਾ ਰਹਿਣ ਵਾਲਾ ਜਿਹੜਾ ਆਨੰਦ ਹੈ ਨਾ ਇਹਨੂੰ ਭੋਗਣਾ ਕਰ, ਇਹਨੂੰ ਮਾਣ। ਸਾਰੀਆਂ ਗੱਲਾਂ ਛੱਡ ਦੇ। ਨਿਸ਼ਾਨੇ ਤੋਂ ਤਾਂ ਉੱਕ ਗਏ ਨਾ ਆਪਾਂ। ਨਿਸ਼ਾਨਾ ਸਾਡਾ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੇ ਤਾਂ ਕਿਸੇ ਨੂੰ ਕਿਸੇ ਨੇ ਪ੍ਰਮਾਤਮਾ ਦੇ ਦਰਸ਼ਨ ਕਰਾਏ ਨੇ ਤਾਂ ਆਪਾਂ ਸਾਰੇ ਜਾਣੇ ਉਹ ਬੰਦੇ ਦੇ ਮਗਰ ਲੱਗਦੇ ਆ ਵੀ ਲੋ ਵੀ ਵਾਹਿਗੁਰੂ ਮਿਲਾ ਦਿੱਤਾ, ਅੰਦਰ ਅਵਸਥਾ ਬਣਾਤੀ, ਰਸ ਬਣਾ ਦਿੱਤਾ, ਸ਼ਾਂਤੀ ਪੈਦਾ ਕਰ ਦਿੱਤੀ। ਸਵਾਏ ਈਰਖਾ ਦੀ ਅੱਗ ਤੋਂ ਜੇ ਕਿਸੇ ਨੇ ਕੁਝ ਦੇਣਾ ਹੀ ਨਹੀਂ, ਮਹਾਰਾਜ ਕਹਿੰਦੇ ਸਾਰਿਆਂ ਦਾ ਸਾਥ ਛੱਡ ਕੇ ਸਤਿਗੁਰ ਸੇਤੀ ਚਿੱਤ ਲਾਏ। ਉਹ ਗੁਰੂ ਗ੍ਰੰਥ ਸਾਹਿਬ ਨਾਲ ਚਿੱਤ ਲਾਈਏ ਆਪਾਂ, ਬਾਕੀ ਸਾਰੇ ਛੱਡ ਦਈਏ। ਲੋੜ ਨਹੀਂ ਮਨੁੱਖਾਂ ਦੇ ਮਗਰ ਜਾਣ ਦੀ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਕਹਿੰਦੇ ਜਿਹੜੇ ਕੰਮ ਤੂੰ ਆਇਆ ਉਹ ਕਰ। ਮੈਂ ਕਿਹੜੇ ਕੰਮ ਆਇਆ ਜੀ? ਪ੍ਰਾਣੀ ਤੂੰ ਆਇਆ ਲਾਹਾ ਲੈਣ। ਤੂੰ ਤਾਂ ਆਤਮਿਕ ਲਾਭ ਲੈਣ ਆਇਆ ਸੀ ਗੁਰੂ ਘਰ 'ਚ, ਇੱਥੇ ਕੁਝ ਹੋਰ ਹੀ ਹੋ ਰਿਹਾ ਸਾਰੇ ਥਾਵਾਂ ਤੇ। ਆਤਮਿਕ ਲਾਭ ਵਾਲਾ ਤਾਂ ਕੋਈ ਬੰਦਾ ਹੀ ਨਹੀਂ ਮਿਲਦਾ। ਜਿਹੜਾ ਆਤਮਿਕ ਲਾਭ ਵਾਲਾ ਬੰਦਾ ਉਹਨੂੰ ਕਹਿੰਦੇ ਇਹ ਬੰਦੇ ਨੂੰ ਕੁਝ ਆਉਂਦਾ ਹੀ ਨਹੀਂ, ਇਹ ਤਾਂ ਕਮਲਾ, ਪੁੱਠੀਆਂ ਗੱਲਾਂ ਕਰਦਾ ਹੈ। ਤੇ ਜਿਹੜੇ ਬੰਦੇ ਨੂੰ ਕੁਝ ਵੀ ਨਹੀਂ ਆਉਂਦਾ ਉਹਨੂੰ ਸਾਰੇ ਕਹਿੰਦੇ ਇਹਨੂੰ ਬਹੁਤ ਕੁਝ ਆਉਂਦਾ, ਬੜਾ ਗਿਆਨ ਹੈ, ਲਾਈ ਬੁਝਾਈ ਚੰਗੀ ਕਰ ਲੈਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਲੱਗਾ ਕਿਤ ਕੁ ਫੱਕੜੇ, ਇਹ ਖੋਟਿਆਂ ਕੰਮਾਂ 'ਚ ਕਿਉਂ ਲੱਗਿਆ ਫਿਰਦਾ? ਸਭ ਮੁਕਦੀ ਚੱਲੀ ਰਹਿਣ, ਤੇਰੀ ਅਵਸਥਾ ਰੂਪੀ ਰਾਤ ਮੁਕਦੀ ਜਾ ਰਹੀ ਹੈ। ਭਗਤੀ ਵਾਲੇ ਪਾਸੇ ਚਿੱਤ ਲਾ। ਉਹ ਵੀ ਰੱਬ ਦੇ ਪਿਆਰੇ ਨੇ ਜਿਨ੍ਹਾਂ ਨੇ ਬਹੁਤ ਅਭਿਆਸ ਕਰਕੇ ਆਪਣੇ ਅੰਦਰ ਦੀ ਅਵਸਥਾ ਨੂੰ ਬਣਾਇਆ, ਜਿਨ੍ਹਾਂ ਨੇ ਬੈਖਰੀ ਮਧਮਾ ਪਸੰਤੀ ਪਰਾ ਬਾਣੀਆਂ ਪਾਰ ਕਰਕੇ ਰੋਮ ਰੋਮ ਤੇ ਜਾਪ ਚਲਾਇਆ। ਉਹ ਵੀ ਬੰਦੇ ਨੇ ਜਿਨ੍ਹਾਂ ਨੂੰ ਸਾਖਿਆਤ ਸਭ ਕੁਝ ਨਜ਼ਰ ਆ ਗਿਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਵੀ ਨਜ਼ਰ ਆ ਗਿਆ। ਭਗਤ ਜੀ ਕਹਿੰਦੇ ਨੇ ਭਗਤ ਸੰਗ ਪ੍ਰਭ ਗੋਸ਼ਟ ਕਰਤ। ਰੱਬ ਦੇ ਪਿਆਰੇ ਬੈਠ ਕੇ ਪ੍ਰਮਾਤਮਾ ਨਾਲ ਸਾਹਮਣੇ ਆਮਣੇ ਸਾਹਮਣੇ ਗੱਲਾਂ ਬਾਤਾਂ ਕਰ ਲੈਂਦੇ ਨੇ। ਇੰਨੀ ਉੱਚੀ ਅਵਸਥਾ ਦੇ ਪਿਆਰੇ ਵੀ ਬੈਠੇ ਨੇ ਆਪਣੇ ਕੋਲੇ, ਪ੍ਰਮਾਤਮਾ ਨਾਲ ਬਚਨ ਬਿਲਾਸ ਕਰ ਲੈਣੇ, ਆਪਣੇ ਆਨੰਦ ਨੂੰ ਮੰਨਣਾ, ਰਸ ਨੂੰ ਮੰਨਣਾ। ਸਾਰਿਆਂ ਭਗਤਾਂ ਨੇ ਪ੍ਰਮਾਤਮਾ ਨਾਲ ਬਚਨ ਕੀਤੇ ਨੇ ਔਰ ਰੱਬ ਦੇ ਗੁਰੂ ਕੇ ਪਿਆਰੇ ਗੁਰਸਿੱਖ ਵੀ ਪ੍ਰਮਾਤਮਾ ਨਾਲ ਬਚਨ ਕਰਦੇ ਨੇ। ਕਈ ਕਹਿੰਦੇ ਪ੍ਰਮਾਤਮਾ ਤਾਂ ਦਿਖਦਾ ਹੀ ਨਹੀਂ, ਪ੍ਰਮਾਤਮਾ ਤਾਂ ਉਹਦਾ ਕਿਹੜਾ ਆਕਾਰ ਹੈ ਕੋਈ? ਪ੍ਰਮਾਤਮਾ ਨੂੰ ਕੋਈ ਬੈਨ ਨਹੀਂ ਲੱਗਿਆ ਹੋਇਆ ਵੀ ਉਹ ਆਕਾਰ ਨਹੀਂ ਧਾਰ ਸਕਦਾ। ਇਹ ਕਹਿ ਸਕਦੇ ਕਿ ਪ੍ਰਮਾਤਮਾ ਮਾਤਾ ਦੇ ਉਦਰ ਰਾਹੀਂ ਹੋ ਕੇ ਆਕਾਰ ਨਹੀਂ ਧਾਰਦਾ, ਉਹ ਡਾਇਰੈਕਟ ਆਕਾਰ ਧਾਰਨ ਨੂੰ ਸਮਰੱਥ ਹੈ। ਉਹਨੂੰ ਮਾਤਾ ਦੇ ਉਦਰ 'ਚ ਆਉਣ ਦੀ ਕੀ ਲੋੜ ਹੈ? ਉਹ ਤਾਂ ਸਾਖਿਆਤ ਸਾਹਮਣੇ ਦਰਸ਼ਨ ਦਿੰਦੇ ਨੇ, ਬਚਨ ਕਰਦੇ ਨੇ, ਸਿੰਘਾਂ ਦੇ ਨਾਲ ਬਚਨ ਕਰਦੇ ਨੇ, ਸੰਗਤਾਂ ਨਾਲ ਬਚਨ ਕਰਦੇ ਨੇ। ਆਪਣੇ ਕੋਲ ਬਹੁਤ ਸੰਗਤ ਬੈਠੀ ਹੈ, ਐਸੀ ਸੰਗਤ ਵਿੱਚ ਬਹੁਤ ਰੰਗਤ ਵਾਲੇ ਬੰਦੇ ਬੈਠੇ ਨੇ ਸੰਸਾਰ ਸਾਰੇ ਵਿੱਚ। ਇਸ ਕਰਕੇ ਰੱਬ ਦੇ ਪਿਆਰੇ ਬਹੁਤ ਮਿਹਨਤ ਅਭਿਆਸ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ। ਪਰ ਇਨਸਾਨ ਦੀ ਉਮਰ ਲੰਘ ਚੁੱਕੀ। ਮਹਾਰਾਜ ਕਹਿੰਦੇ ਰਸ ਲਓ ਬਾਣੀ ਦਾ, ਇਕਾਗਰਤਾ ਕਰੋ ਆਪਣੇ ਮਨ ਦੀ, ਸਾਰਾ ਕੁਝ ਛੱਡ ਕੇ ਰਹਾਓ, ਵਿਸ਼ਰਾਮ ਦੇ ਕੇ ਕਹਿੰਦੇ ਨੇ ਕੁਦਮ ਕਰੇ ਪਛ ਪੰਖੀਆ ਦਿਸੈ ਨਾਹੀ ਕਾਲ। ਇੱਕ ਤਾਂ ਹੁੰਦਾ ਉਦਮ, ਇੱਕ ਹੁੰਦਾ ਉਦਮ ਮੰਮੇ ਨੇ ਔਂਕੜ ਤੋਂ ਬਿਨਾ ਸੰਸਾਰੀ ਕੰਮਾਂ ਲਈ ਉਦਮ ਕਰਨਾ। ਇੱਕ ਹੁੰਦਾ ਸਗਲ ਉਦਮ ਮੈਂ ਉਦਮੋ ਭਲਾ, ਉਹ ਮੰਮੇ ਨੂੰ ਔਂਕੜ ਲਾਇਆ। ਉਹ ਉਦਮ ਕਿਹੜਾ ਜੀ? ਹਰਿ ਕਾ ਨਾਮ ਜਪੋ ਜੀ ਸਦਾ। ਕਹਿੰਦੇ ਨਾਮ ਜਪਣ ਦਾ ਉਦਮ। ਇੱਥੇ ਹੁਣ ਤੀਜਾ ਅੱਖਰ ਆਇਆ, ਕੱਕੇ ਨੂੰ ਔਂਕੜ ਦੱਦਾ ਮੰਮਾ ਕੁਦਮ। ਕਹਿੰਦੇ ਕੁਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ। ਕਹਿੰਦੇ ਪਸ਼ੂ ਪੰਛੀਆਂ ਦੀ ਨਿਆਈ ਤੂੰ ਕੁਦਮ ਹੁੰਦਾ, ਖੋਟਾ ਉਦਮ ਕਰ ਰਿਹਾ, ਉਲਟ ਪਾਸੇ ਨੂੰ ਚੱਲ ਰਿਹਾ। ਪਸ਼ੂ ਪੰਛੀਆਂ ਦੀ ਤਰ੍ਹਾਂ ਤੂੰ ਕੁਦਮ ਕਰਦਾ, ਕੁੱਦਣਾ ਭੁੜਕਣਾ ਕਰਦਾ, ਛਾਲਾ ਮਾਰਦਾ ਪਦਾਰਥਾਂ ਵਾਸਤੇ। ਇੱਕ ਤਾਂ ਹੁੰਦਾ ਹੱਕ ਸੱਚ ਦੀ ਰੋਟੀ ਕਮਾਉਣ ਲਈ,
ਉਹ ਤਾਂ ਉਦਮ ਹੈ। ਆਹਰ ਕਰਦਾ ਫਿਰਦਾ ਆਪਣਾ ਉਦਮ ਕਰਦਾ ਹੈ। ਇੱਕ ਹੈ ਮਾੜੇ ਪਾਸੇ ਨੂੰ ਜਾਣ ਦਾ ਕੁਦਮ ਕਰਨਾ, ਬੁਰੇ ਪਾਸਿਆਂ ਨੂੰ ਪੈਰਾਂ ਨੇ ਜਾਣਾ। ਕਹਿੰਦੇ ਦਿਸੈ ਨਾਹੀ ਕਾਲ ਜਮਦੂਤ, ਤੈਨੂੰ ਨਜ਼ਰ ਨਹੀਂ ਆਉਂਦਾ। ਜਿਵੇਂ ਸਾਰੇ ਪਸ਼ੂ ਪੰਛੀ ਆਪੋ ਆਪਣੇ ਵਿਕਾਰਾਂ ਦਾ ਕੁਦਮ ਕਰਦੇ ਨੇ, ਖੋਟਾ ਕੰਮ ਕਰਦੇ ਨੇ, ਆਪਣੇ ਮਰਨੇ ਨੂੰ ਦੇਖਦੇ, ਇਸੇ ਤਰ੍ਹਾਂ ਤੂੰ ਵੀ ਕੁਦਮ ਦੇ ਵਿੱਚ ਲੱਗਿਆ ਹੋਇਆ। ਮਰਨੇ ਨੂੰ ਜਾਣਦਾ ਹੀ ਨਹੀਂ, ਸਮਝਦਾ ਹੀ ਨਹੀਂ ਕਿ ਜਾਣਾ ਵੀ ਹੈ। ਓਤੈ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ। ਓਤੈ ਤੋਂ ਭਾਵ ਉਹਨਾਂ ਪਸ਼ੂਆਂ ਪੰਛੀਆਂ ਦੇ ਨਾਲ ਹੀ ਇਹ ਮਨੁੱਖ ਮਿਲ ਗਿਆ। ਉਹਨਾਂ ਵਾਂਗੂ ਇਹ ਵੀ ਖੋਟਾ ਹੀ ਉਦਮ ਕਰਨ ਲੱਗ ਪਿਆ, ਮਾਇਆ ਦੇ ਮੋਹ ਰੂਪੀ ਜਾਲ ਵਿੱਚ ਫਸ ਗਿਆ। ਰਹਿਣਾ ਤਾਂ ਮਾਇਆ ਵਿੱਚ ਹੀ, ਗੱਲ ਸਮਝਣ ਦੀ ਹੁੰਦੀ। ਮਾਇਆ ਵਿੱਚ ਰਹਿਣਾ ਇਹਦੇ ਤੋਂ ਬਿਨਾਂ ਸਰਦਾ ਵੀ ਨਹੀਂ। ਮਾਇਆ ਬਿਨਾਂ ਦਸਵੇਂ ਪਾਤਸ਼ਾਹ ਹੁਣ ਹੋਰ ਗਾਣ ਵਾਲਾ ਗ੍ਰੰਥ ਦੱਸਦੇ ਨੇ, ਸਰਬਲੋਹ ਪ੍ਰਕਾਸ਼ ਲਿਖਦੇ ਨੇ, ਤੁਝ ਬਿਨ ਸਰੈ ਨਾ ਇੱਕ ਛਿਨ। ਮਾਇਆ ਨੂੰ ਲਿਖਦੇ ਨੇ, ਕਹਿੰਦੇ ਤੇਰੇ ਬਿਨਾਂ ਤਾਂ ਇੱਕ ਛਿਨ ਵੀ ਨਹੀਂ ਸਰਦਾ। ਗੱਡੀ ਦਾ ਤੇਲ ਮੁੱਕ ਜੇ ਨਾ ਉੱਥੇ ਹੀ ਖੜ ਜਾਂਦੀ ਹੈ, ਲਾ ਲਓ ਜ਼ੋਰ, ਤੇਲ ਲਿਆ ਕੇ ਪਾ ਫੇਰ ਚੱਲੂ। ਪੈਂਚਰ ਹੋ ਜਾਏ ਉੱਥੇ ਹੀ ਖੜ ਜਾਂਦਾ ਕੰਮ। ਸੰਸਾਰ ਦੇ ਅੰਦਰ ਇੱਥੇ ਤਾਂ ਬਾਹਲਾ ਜ਼ਿਆਦਾ ਸਖਤ ਕੰਮ ਹੈ। ਪੈਸਾ ਨਹੀਂ ਜੇਬ ਦੇ ਵਿੱਚ ਤਾਂ ਕੰਮ ਖਰਾਬ ਹੈ। ਤਾਂ ਠੀਕ ਹੈ, ਮਾਇਆ ਬਿਨਾਂ ਸਰਦਾ ਨਹੀਂ। ਸਤਿਗੁਰੂ ਜੀ ਕਹਿੰਦੇ ਮਾਇਆ ਦੇ ਵਿੱਚ ਨਿਰਲੇਪ ਰਹਿਣਾ ਵੀ ਸਿੱਖੋ। ਜਿਵੇਂ ਪਾਣੀ ਦੇ ਵਿੱਚ ਬੰਦਾ ਤਰਦਾ ਹੈ, ਤਰਦਾ ਤਰਦਾ ਬੰਦਾ ਕਈ ਵਾਰੀ ਵੱਧ ਤੋਂ ਵੱਧ ਅੱਜ ਤੱਕ ਇੱਕ ਬੰਦੇ ਨੇ 30 ਕਿਲੋਮੀਟਰ ਤਰ ਕੇ ਪਾਰ ਕੀਤਾ ਸ਼੍ਰੀਲੰਕਾ ਤੱਕ, ਹਿੰਦੁਸਤਾਨ ਦੀ ਧਰਤੀ ਤੋਂ 30 ਕਿਲੋਮੀਟਰ ਤੱਕ ਇੱਕ ਬੰਦਾ ਤਰਿਆ ਅੱਜ ਤੱਕ, ਕਿਉਂਕਿ ਉਹਦਾ ਅਭਿਆਸ ਸੀ ਤਰਨ ਦਾ। ਪਰ ਜੇ ਉਹ ਡੁੱਬ ਜਾਂਦਾ ਫਿਰ ਸਾਰਿਆਂ ਨੇ ਕਹਿਣਾ ਸੀ ਕਾਹਨੂੰ ਤਰਨਾ ਸੀ ਜੇ ਡੁੱਬਣਾ ਹੀ ਸੀ। ਸਤਿਗੁਰੂ ਕਹਿੰਦੇ ਇਹ ਸਾਰਾ ਸੰਸਾਰ ਮਾਇਆ ਦਾ ਸਮੁੰਦਰ ਹੈ। ਰਹਿਣਾ ਵੀ ਆਪਾਂ ਮੱਛੀਆਂ ਵਾਂਗੂ ਇਹਦੇ ਵਿੱਚ ਹੀ ਹੈ, ਤੇ ਰਹਿਣਾ ਵੀ ਨਿਰਲੇਪ ਹੈ, ਡੁੱਬਣਾ ਵੀ ਨਹੀਂ। ਮੱਛੀ ਦੇਖੋ ਪਾਣੀ ਦੇ ਵਿੱਚ ਤਰਦੀ ਹੈ, ਪਰ ਇਹ ਤਾਂ ਨਹੀਂ ਕਹਿੰਦੇ ਮੱਛੀ ਡੁੱਬ ਗਈ ਸਮੁੰਦਰ ਦੇ ਵਿੱਚ। ਜਿਹੜੀ ਮੱਛੀ ਮਰ ਜਾਂਦੀ ਹੈ ਉਹ ਥੱਲੇ ਚਲੀ ਜਾਂਦੀ, ਉਹ ਦੂਜੀਆਂ ਮੱਛੀਆਂ ਖਾ ਜਾਂਦੀਆਂ। ਇਸ ਕਰਕੇ ਸਤਿਗੁਰੂ ਆਪਾਂ ਨੂੰ ਸਿੱਖਿਆ ਦਿੰਦੇ ਮਾਇਆ ਵਿੱਚ ਰਹਿ ਕੇ ਵੀ ਨਿਰਲੇਪਤਾ ਰੱਖਣੀ। ਹੁਣ ਮਾਇਆ ਦੇ ਵਿੱਚ ਨਿਰਲੇਪਤਾ ਕੌਣ ਬੰਦੇ ਰੱਖਦੇ ਨੇ? ਮੁਕਤੇ ਸੇਈ ਭਾਲੀਐ ਜੇ ਸੱਚਾ ਨਾਮ ਸੰਭਾਲ। ਉਹ ਗੁਰਮੁਖ ਮਾਇਆ ਦੇ ਜਾਲ ਤੋਂ ਮੁਕਤ ਰੂਪ ਭਾਲੀਐ ਤੋਂ ਭਾਵ ਵੇਖੇ ਜਾ ਸਕਦੇ ਨੇ ਜਿਹੜੇ ਸੱਚੇ ਨਾਮ ਨੂੰ ਯਾਦ ਕਰਦੇ ਨੇ। ਨਾਮ ਜਪ ਕੇ ਆਪਾਂ ਸੰਸਾਰ ਅੰਦਰ ਨਿਰਲੇਪ ਰਹਿ ਸਕਦੇ ਹਾਂ। ਸੋ ਜਿਵੇਂ ਜਹਾਜ਼ ਦੇ ਜਿਹੜੇ ਪੰਖ ਜੇ ਹੁੰਦੇ ਨੇ ਲੱਗੇ ਹੋਏ ਜਹਾਜ਼ ਦੇ ਫਰ, ਇਹਨਾਂ ਦੇ ਉੱਤੇ ਪਹਿਲਾਂ ਟੋਰਾਂਟੋ ਆਦਿ ਜਿੱਥੇ ਜ਼ਿਆਦਾ ਬਰਫ਼ ਪੈਂਦੀ, ਹੋਰ ਥਾਵਾਂ ਤੇ ਪਹਿਲਾਂ ਇੰਗਲੈਂਡ ਵਿੱਚ ਤੇ ਜਰਮਨ ਵਿੱਚ ਪਹਿਲਾਂ ਲਿਜਾ ਕੇ ਪਰੇ ਸਪਰੇਅ ਕੀਤਾ ਜਾਂਦਾ ਸਾਰੇ ਫਰਾਂ ਦੇ ਉੱਤੇ। ਉਹ ਇੰਨੀ ਜ਼ਿਆਦੇ ਉਹ ਚੀਜ਼ ਐਸੀ ਹੈ ਕਿ ਉਹਦੇ ਉੱਤੇ ਠੰਡ ਦਾ ਅਸਰ ਹੀ ਨਹੀਂ ਪੈਂਦਾ, ਨਾ ਬਰਫ਼ ਦਾ। ਜਦੋਂ ਉਹਦੇ ਉੱਤੇ ਬਰਫ਼ ਪੈਂਦੀ ਆ ਉਹਨਾਂ ਫਰਾਂ ਦੇ ਉੱਤੇ ਬਰਫ਼ ਜੰਮਦੀ ਨਹੀਂ, ਬਾਕੀ ਧਰਤੀ ਉੱਤੇ ਜੰਮ ਜਾਂਦੀ। ਇਸੇ ਤਰ੍ਹਾਂ ਕਮਲ ਦਾ ਫੁੱਲ ਹੈ, ਪਾਣੀ ਦੇ ਵਿੱਚ ਨਿਰਲੇਪ ਹੀ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਵੀ ਨਿਰਲੇਪ ਰਹਿਣਾ ਸਿੱਖ ਲਓ ਗੁਰਮੁਖਾਂ ਪਾਸੋਂ। ਸ੍ਰੀ ਅਨੰਦਪੁਰ ਸਾਹਿਬ ਤਾਈਓ ਛੱਡਿਆ ਸੀ ਵੀ ਨਿਰਲੇਪ ਰਹਿ ਕੇ ਦਿਖਾਇਆ ਸੀ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਨਿਰਲੇਪ ਰਹਿ ਕੇ ਦਿਖਾਇਆ ਹੈ। 9ਵੇਂ ਪਾਤਸ਼ਾਹ ਤੇ ਧੀਰਮਲ ਨੇ ਗੋਲੀ ਚਲਾਤੀ, ਸਮਾਨ ਲੁੱਟ ਕੇ ਲੈ ਗਿਆ। ਸਤਿਗੁਰੂ ਕਹਿੰਦੇ ਚਲੋ ਭਾਈ, ਛੱਡ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਜਾ ਵਸਾਇਆ ਗੁਰਾਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦ ਦੇਖਿਆ ਕਿ ਧਰਮ ਨੂੰ ਖਤਰਾ ਹੈ, ਹਿੰਦੂਆਂ ਨੂੰ ਖਤਰਾ, ਉਦੋਂ ਫਿਰ ਛੱਡ ਕੇ ਅਨੰਦਪੁਰ ਸਾਹਿਬ ਆਪ ਹੀ ਦਿੱਲੀ ਚਲੇ ਗਏ। ਕਹਿੰਦੇ ਅਸੀਂ ਵੀ ਸੀਸ ਦੇ ਦਿੰਦੇ ਜਾ ਕੇ। 10ਵੇਂ ਪਾਤਸ਼ਾਹ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਹੀ ਛੱਡ ਦਿੱਤਾ। ਮਖਮਲੀ ਗੱਦਿਆਂ ਤੇ ਬਹਿਣ ਵਾਲੇ ਗੁਰੂ ਅਰਜਨ ਦੇਵ ਜੀ ਛੱਡ ਕੇ ਸਾਰਾ ਕੁਝ ਲਾਹੌਰ ਤੱਤੀਆਂ ਤਵੀਆਂ ਤੇ ਜਾ ਬੈਠੇ। ਆਪਾਂ ਤਾਂ ਇੰਨਾ ਕੋਈ ਕਸ਼ਟ ਹੀ ਨਹੀਂ ਆਇਆ। ਆਪਾਂ ਤਾਂ ਚੰਗੇ ਭਲੇ ਸੁਖੀ ਹੁੰਦੇ ਹੋਏ ਹੀ ਕਸ਼ਟੀ ਹੋਈ ਜਾਂਦੇ ਆ, ਦੁਖੀ ਹੋਈ ਜਾਂਦੇ ਆ, ਕਿਉਂਕਿ ਸਤਿਗੁਰੂ ਨੇ ਇਹ ਦਿਖਾਇਆ ਸੀ ਵੀ ਇੰਨਾ ਕਸ਼ਟ ਹੁੰਦਿਆਂ ਹੋਇਆਂ ਵੀ ਸਾਡੇ ਮਨ 'ਚ ਸ਼ਾਂਤੀ। ਉਹ ਕਾਹਦੀ ਸ਼ਾਂਤੀ ਸੀ? ਨਾਮ ਦੀ ਸ਼ਾਂਤੀ। ਪਰ ਅਸੀਂ ਸਾਰੇ ਜਾਣੇ ਇੰਨਾ ਸੁਖੀ ਹੋ ਕੇ ਵੀ ਦੁਖੀ ਹੋ ਰਹੇ ਹਾਂ, ਕਿਉਂਕਿ ਨਾਮ ਦੀ ਠੰਡ ਹਿਰਦੇ 'ਚ ਨਹੀਂ ਹੈ। ਜਦੋਂ ਨਾਮ ਹਿਰਦੇ 'ਚ ਹੁੰਦਾ ਨਾ ਤਾਂ ਕਿਸੇ ਨਾਲ ਈਰਖਾ ਹੁੰਦੀ ਹੈ, ਨਾ ਦਵੈਸ਼ ਹੁੰਦੀ ਹੈ, ਨਾ ਨਫ਼ਰਤ ਹੁੰਦੀ ਹੈ, ਨਾ ਗੁੱਸਾ ਆਉਂਦਾ, ਨਾ ਵਿਕਾਰ ਪੈਦਾ ਹੁੰਦੇ ਨੇ, ਨਾ ਕੋਈ ਪੁੱਠੇ ਪਾਸੇ ਨੂੰ ਮਨ ਜਾਂਦਾ। ਇੰਨਾ ਮਨ ਬਰਫ਼ ਵਾਂਗੂ ਟਿਕਿਆ ਹੁੰਦਾ, ਸ਼ਾਂਤ ਚਿੱਤ, ਫੁਰਨਾ ਹੀ ਨਹੀਂ ਉੱਠਦਾ ਕੋਈ ਮਾੜਾ। ਇੰਨਾ ਜ਼ਿਆਦਾ ਮਨ ਸ਼ਾਂਤ ਹੋ ਜਾਂਦਾ ਸਿਮਰਨ ਨਾਲ।
ਹੁਣ ਸਤਿਗੁਰੂ ਮਹਾਰਾਜ ਨੇ ਦੇਖੋ ਸੱਚਖੰਡ ਕੋਈ ਜਾ ਨਹੀਂ ਸਕਦਾ, ਸੱਚਖੰਡ ਤੋਂ ਧੁਰ ਕੀ ਬਾਣੀ ਲਿਆ ਕੇ ਦੇਤੀ। ਅਕਾਲ ਪੁਰਖ ਦੀ ਬਾਣੀ, ਨਿਰੰਕਾਰ ਦੀ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜਾ ਵਰਨਾ ਕੋਏ, ਇੱਥੇ ਬਾਣੀ ਲਿਆ ਕੇ ਦੇਤੀ ਗੁਰਾਂ ਨੇ ਆਪਾਂ ਨੂੰ। ਫਿਰ ਸਤਿਗੁਰਾਂ ਨੇ ਅਕਾਲ ਪੁਰਖ ਦੇ ਹੁਕਮ ਮੁਤਾਬਕ 5 ਬਾਣੀਆਂ ਦੇ ਰਾਹੀਂ ਅੰਮ੍ਰਿਤ ਦੀ ਦਾਤ ਸਾਨੂੰ ਦੇਤੀ, ਕਕਾਰ ਦੇਤੇ, ਕ੍ਰੈਤਾ ਤੋਂ ਬਚਣਾ ਦੱਸਤਾ, ਸੰਗਤ ਸਾਨੂੰ ਦੇਤੀ ਸਵੇਰ ਸ਼ਾਮ ਦੀ, ਕੀਰਤਨ ਦਿੱਤਾ, ਕਥਾ ਦਿੱਤੀ, ਨਿਤਨੇਮ ਦਿੱਤਾ, ਸਿਮਰਨ ਮੂਲ ਮੰਤਰ ਸਾਡੇ ਕੋਲੇ ਆ, ਗੁਰ ਮੰਤਰ ਸਾਡੇ ਕੋਲੇ ਆ, ਮਾਲਾ ਮੰਤਰ ਸਾਡੇ ਕੋਲੇ ਆ। ਜੇ ਦੇਖਿਆ ਜਾਵੇ ਤਾਂ ਦਿੱਤਾ ਤਾਂ ਸਾਰਾ ਕੁਝ। ਨਿਆਣੇ ਜਿਵੇਂ ਕਰਦੇ ਪੜ੍ਹਾਈ, ਕਹਿਣਗੇ ਮੈਨੂੰ ਪਹਿਲਾਂ ਆਹ ਚੀਜ਼ ਲਿਆ ਕੇ ਦਿਓ ਮੈਂ ਫੇਰ ਪੜੂੰ, ਉਹ ਵੀ ਲਿਆ ਦਿੰਦੇ, ਪਹਿਲਾਂ ਮੈਨੂੰ ਆਹ ਲਿਆ ਕੇ ਦਿਓ ਮੈਂ ਫੇਰ ਪੜੂੰ। 100 ਚੀਜ਼ਾਂ ਨਿਆਣਿਆਂ ਨੂੰ ਆਪਾਂ ਨਿਆਣਿਆਂ ਨੂੰ ਲਿਆ ਕੇ ਦੇ ਦਈਏ, ਪੜ੍ਹਦਾ ਨਹੀਂ, ਕਹਿੰਦੇ ਅਸਲ 'ਚ ਤਾਂ ਮੈਨੂੰ ਪੜ੍ਹਾਈ ਆਉਂਦੀ ਨਹੀਂ, ਮੇਰਾ ਦਿਮਾਗ ਨਹੀਂ ਕੰਮ ਕਰਦਾ। ਫਿਰ ਇੰਨੀਆਂ ਚੀਜ਼ਾਂ ਐਵੇਂ ਮੰਗਾਈਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇੰਨਾ ਕੁਝ ਦਿੱਤਾ, ਇੰਨੀ ਵੱਡੀ ਬਾਣੀ ਆ ਸਾਡੇ ਕੋਲੇ। ਤੁਸੀਂ ਜੇ ਕਿਤੇ ਵਿਚਾਰ ਕੇ ਦੇਖੋ, ਆਪਾਂ ਦੂਜਿਆਂ ਦੀ ਨਿੰਦਿਆ ਵੀ ਨਹੀਂ ਕਰਦੇ ਕਿਉਂਕਿ ਸਾਰੇ ਹੀ ਵੱਡੇ ਨੇ, ਸਤਿਕਾਰਯੋਗ ਨੇ, ਪਰ ਜੇ ਵਿਚਾਰ ਕੇ ਦੇਖੋ ਧੁਰ ਕੀ ਬਾਣੀ ਕਿਸੇ ਹੋਰ ਕੋਲ ਹੈ ਸਾਡੇ ਤੋਂ ਬਿਨਾਂ? ਇਹ ਖੰਡੇ ਬਾਟੇ ਦਾ ਅੰਮ੍ਰਿਤ ਕਿਸੇ ਹੋਰ ਕੌਮ ਕੋਲ ਹੈ? ਕਿਸੇ ਕੋਲ ਗੁਰੂ ਗ੍ਰੰਥ ਸਾਹਿਬ ਹੈ? ਹੋਰ ਕਿਸੇ ਕੋਲ ਕੀ ਹੈ? ਮੈਨੂੰ ਦਿਖਾਓ ਤਾਂ ਸੀ, ਕਿਸੇ ਕੋਲ ਹੈ ਕੀ? ਕੁਝ ਵੀ ਨਹੀਂ ਹੈਗਾ। ਫੇਰ ਵੀ ਉਹ ਬੰਦੇ ਧੰਨ ਨੇ, ਉਹ ਛੋਟੀ ਜਿਹੀ ਚੀਜ਼ ਤੇ ਗੁਜ਼ਾਰਾ ਕਰੀ ਜਾਂਦੇ ਨੇ, ਫੇਰ ਵੀ ਉਹ ਆਪਣੇ ਧਰਮਾਂ ਨੂੰ ਉੱਪਰ ਉਠਾ ਦੇ ਅਸਮਾਨ 'ਚ। ਨਾ ਹੋਣ ਦੇ ਬਾਵਜੂਦ ਵੀ ਉਹ ਇੰਨਾ ਉਦਮ ਕਰ ਰਹੇ ਨੇ। ਮੈਂ ਕਹਿੰਦਾ ਉਹਨਾਂ ਦੀ ਕਿੰਨੀ ਸ਼ਰਧਾ, ਕੋਈ ਮਾੜੀ ਮਾੜੀ ਗੱਲ ਤੇ ਹੀ ਆਪਣੇ ਧਰਮ ਦਾ ਫੈਲਾਓ ਕਰ ਰਹੇ ਨੇ। ਸਾਡੇ ਕੋਲ ਸਗਲ ਸਮਗਰੀ ਹੈ, ਸਾਰਾ ਕੁਝ ਹੈ, ਫੇਰ ਵੀ ਆਪਾਂ ਉਦਮ ਨਹੀਂ ਕਰ ਰਹੇ, ਫੇਰ ਵੀ ਆਪਾਂ ਥੱਲੇ ਥੱਲੇ ਦਿਨੋਂ ਦਿਨ ਜਾਈ ਜਾ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿਹੜੇ ਘਰ ਨੂੰ ਛੱਡ ਕੇ ਚਲਿਆ ਜਾਣਾ, ਉਹ ਘਰ ਮਨ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਿਆਰਾ ਲੱਗਦਾ, ਮੇਰਾ ਘਰ ਹੈ, ਇਹ ਮੇਰਾ ਘਰ ਹੈ। ਜਿੱਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ। ਜਿਹੜੇ ਪਰਲੋਕ ਘਰ ਵਿੱਚ ਜਾ ਕੇ ਵਰਤਣਾ, ਨਿਵਾਸ ਕਰਨਾ, ਉਹ ਪਰਲੋਕ ਘਰ ਦੀ ਤੈਨੂੰ ਚਿੰਤਾ ਹੀ ਨਹੀਂ। ਪਰਲੋਕ ਘਰ ਵੀ ਹੈ। ਚਲੋ ਜੇ ਆਪ ਨਾ ਪਤਾ ਲੱਗੇ ਇਸ ਗੱਲ ਦਾ, ਸਤਿਗੁਰੂ ਤੇ ਤਾਂ ਯਕੀਨ ਕਰ ਲਓ। ਇੰਨਾ ਜ਼ਿਆਦਾ ਕੂੜ ਪ੍ਰਚਾਰ ਇਸ ਵਕਤ ਹੈ ਆਪਣੇ ਵਿੱਚ। ਇੱਕ ਬੰਦਾ ਕਹਿੰਦਾ ਸੱਚਖੰਡ ਹੁੰਦਾ ਹੀ ਨਹੀਂ, ਇਹ ਤਾਂ ਉਹੀ ਗੱਲਾਂ ਹੀ ਬਣਾਈਆਂ, ਤਾਂ ਮਾਨਸਿਕ ਅਵਸਥਾ ਹੈ ਦਾ ਨਾਮ ਸੱਚਖੰਡ ਹੈ। ਇਹ ਟੋਰਾਂਟੋ ਦੀ ਗੱਲ ਹੈ। ਜਿਉਂ-ਜਿਉਂ ਦਿਨੋਂ ਦਿਨ ਗਾਹਾਂ ਗਾਹਾਂ ਸਮਾਂ ਵੱਧਦਾ ਜਾ ਰਿਹਾ, ਮਨਾਂ ਦੇ ਵਿੱਚੋਂ ਵਿਸ਼ਵਾਸ ਉੱਠਦਾ ਹੀ ਜਾ ਰਿਹਾ ਸਾਡੇ। ਔਰ ਇਸ ਕਰਕੇ ਹੋਰ ਕਿਸੇ ਦਾ ਫੋਨ ਆਇਆ, ਕਹਿੰਦੇ ਸੱਚਖੰਡ ਇਹ ਅਸਮਾਨ 'ਚ ਕਿਤੇ ਹਵਾ ਦੇ ਵਿੱਚ ਆ। ਮਹਾਰਾਜ ਨੇ ਬਾਣੀ ਲਿਖਿਆ ਸੱਚਖੰਡ ਹੈਗਾ। ਮੈਂ ਕਿਹਾ ਗੱਲ ਇਹ ਹੁੰਦੀ ਹੈ, ਨਾ ਤਾਂ ਖੈਰ ਮੈਂ ਵੀ ਦੱਸ ਨਹੀਂ ਸਕਦਾ, ਪਰ ਅਭਿਆਸ ਕਰਕੇ ਸਾਰਾ ਕੁਝ ਅਭਿਆਸੀਆਂ ਨੂੰ, ਰੱਬ ਦੇ ਪਿਆਰਿਆਂ ਨੂੰ ਦੇਖਿਆ ਹੈ। ਤੂੰ ਵੀ ਦੇਖ ਲੈ, ਮਿਹਨਤ ਕਰ। ਇਸ ਕਰਕੇ ਜਿਹੜਾ ਅਭਿਆਸ ਕਰਕੇ ਚੀਜ਼ ਦੇਖਣੀ ਹੈ ਉਹ ਅਲੱਗ ਗੱਲ ਹੈ, ਤੇ ਜਿਹੜਾ ਗੱਲਾਂ ਬਾਤਾਂ ਕਰਨੀਆਂ ਇਹ ਅਲੱਗ ਚੀਜ਼। ਮਹਾਰਾਜ ਕਹਿੰਦੇ ਜਿੱਥੇ ਜਾ ਕੇ ਹਮੇਸ਼ਾ ਲਈ ਰਹਿਣਾ, ਉੱਥੋਂ ਦੀ ਚਿੰਤਾ ਕਰ। ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਏ। ਜਿਹੜੇ ਬੰਦੇ ਅਧਿਕਾਰੀ ਹੋ ਕੇ ਸਤਿਗੁਰੂ ਦੇ ਚਰਨੀ ਪੈ ਜਾਂਦੇ ਨੇ, ਉਹ ਫਾਹੀ ਵਿੱਚੋਂ ਨਿਕਲ ਜਾਂਦੇ ਨੇ। ਇੱਥੇ ਲਿਖਿਆ ਜਿਹੜੇ ਬੰਦੇ ਅਧਿਕਾਰੀ ਹੋ ਕੇ ਗੁਰੂ ਦੇ ਚਰਨੀ ਪੈ ਜਾਂਦੇ ਨੇ। ਅਧਿਕਾਰੀ ਬਣਨਾ, ਉਹਦੇ ਲਾਇਕ ਬਣਨਾ ਚੀਜ਼ ਦੇ, ਫਿਰ ਗੁਰੂ ਦੇ ਚਰਨੀ ਪੈਣਾ, ਫਿਰ ਲੱਗਣਾ, ਮਿਹਨਤ ਕਰਨੀ, ਅਭਿਆਸ ਕਰਨਾ, ਉਹਨਾਂ ਉੱਤੇ ਕਿਰਪਾ ਹੋ ਜਾਂਦੀ। ਕਿਉਂਕਿ ਆਪਣੇ ਐਸਾ ਹੁੰਦਾ ਕਿ ਆਪਾਂ ਘਰਾਂ ਬਾਰਾਂ ਵਾਲੇ ਆ, ਆਪਣੀ ਸੰਗਤ ਬਹੁਤ ਘੱਟ ਆ ਉਹਨਾਂ ਗੁਰਮੁਖਾਂ ਨਾਲ। ਜਿੱਥੇ ਅਸੀਂ ਇਕੱਠੇ ਰਹਿੰਦੇ ਸੀ 400-500 ਜਾਣਾ, ਉਹਨਾਂ ਦੇ ਵਿੱਚ ਬਹੁਤ ਸਾਰੇ ਬੰਦੇ ਐਸੇ ਸੀ ਜਿਹੜੇ ਆਪਣਾ ਅਭਿਆਸ ਲਗਾਤਾਰ ਕਰੀ ਜਾਣਾ, ਪ੍ਰਾਪਤੀਆਂ ਹੋ ਜਾਣੀਆਂ, ਫਿਰ ਉਹਨਾਂ ਦੱਸਣਾ ਆਹ ਪ੍ਰਾਪਤੀ ਹੋ ਗਈ, ਆਹ ਕਿਰਪਾ ਹੋ ਗਈ। ਫਿਰ ਇੱਕ ਸ਼ੌਂਕ ਹੁੰਦਾ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨ ਦਾ। ਰੱਬ ਦੇ ਪਿਆਰੇ ਵੀ ਦੁਨੀਆ ਦੇ ਅੰਦਰ ਜਿਵੇਂ ਕਹਿੰਦੇ ਘਟਦੇ ਬਹੁਤ ਘਟ ਗਏ। ਹੌਲੀ ਹੌਲੀ ਰੱਬ ਦੇ ਪਿਆਰੇ ਸਾਨੂੰ ਵਿਛੋੜਾ ਦਿੰਦੇ ਗਏ, ਅਤੇ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਦੁਨੀਆ ਦਾ ਮਾਹੌਲ ਦੇਖ ਕੇ ਚੁੱਪ ਕਰਕੇ ਆਪੋ ਆਪਣੇ ਕਮਰਿਆਂ 'ਚ ਕੁੰਡੀਆਂ ਲਾ ਕੇ ਬੈਠ ਗਏ। ਉਹ ਕਹਿੰਦੇ ਹੁਣ ਕਿਹਦੇ ਨਾਲ ਮੱਥਾ ਮਾਰਾਂਗੇ। ਉਹ ਪਿੱਛੇ ਜੇ ਨੂੰ ਹਟ ਗਏ ਸਾਰੇ ਜਾਣੇ, ਸੰਸਾਰ ਦੇ ਵਿੱਚ ਅੱਗੇ ਨੂੰ ਆ ਨਹੀਂ ਰਹੇ। ਮਹਾਰਾਜ ਕਹਿੰਦੇ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਸਿਖਾਏ। ਗੁਰੂ ਤੋਂ ਬਗੈਰ ਹੋਰ ਕੋਈ ਬਚਾ ਨਹੀਂ ਸਕਦਾ। ਸਤਿਗੁਰੂ ਜੈਸਾ ਸਮਰੱਥ ਹੋਰ ਦੂਜਾ
ਦੇਖਣ ਨੂੰ ਕੋਈ ਹੈ ਨਹੀਂ ਜਿਹੜਾ ਆਪਾਂ ਨੂੰ ਬਚਾ ਸਕੇ। ਜੇ ਆਪਾਂ ਇੱਕ ਪਾਸੇ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖੀਏ, ਇਹਨਾਂ ਦੇ ਬਰਾਬਰ ਲਿਆ ਕੇ ਖੜਾ ਕਰੋ ਤਾਂ ਕੋਈ ਦਸਾਂ ਗੁਰਾਂ ਦੇ ਕੋਈ ਹੈ? ਬਰਾਬਰ ਕਿਹਨੂੰ ਖੜਾਵਾਂਗੇ ਲਿਆ ਕੇ? ਮਹਾਰਾਜ ਸੱਚੇ ਪਾਤਸ਼ਾਹ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਇੱਥੇ ਬਚਨ ਲਿਖਿਆ ਕਿ ਸਤਿਗੁਰੂ ਤੋਂ ਬਗੈਰ ਕੋਈ ਨਹੀਂ ਬਚਾ ਸਕਦਾ, ਨਾ ਕੋਈ ਦੇਖਣ ਨੂੰ ਸਮਰੱਥੀ ਹੈ ਹੋਰ। ਚਾਰੇ ਕੁੰਡਾਂ ਭਾਲ ਕੈ ਆਏ ਪਿਆ ਸਰਣਾਏ। ਕਹਿੰਦੇ ਚਾਰੇ ਦਿਸ਼ਾਵਾਂ ਢੂੰਡ ਢਾਂਡ ਕੇ ਚੰਗੀ ਤਰ੍ਹਾਂ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਿਆ। ਹੁਣ ਸਭ ਕੁਝ ਦੇਖ ਲਿਆ, ਚਾਰੇ ਕੁੰਡਾਂ ਭਾਲੀਆਂ, ਕੋ ਨੀਮੀ ਮੈਂਡਾ। ਸੋ ਇਸ ਕਰਕੇ ਸੰਸਾਰ ਦੇ ਵਿੱਚ ਜੇ ਆਪਾਂ ਸਟੱਡੀ ਕਰੀਏ, ਸਾਰੇ ਪਾਸੇ ਜਾਈਏ, ਹਰੇਕ ਧਰਮ ਨੂੰ ਦੇਖੀਏ, ਹਰ ਇੱਕ ਦੀ ਵਿਚਾਰ ਕਰੀਏ, ਅਖੀਰ ਤੇ ਕੁਝ ਨਹੀਂ ਨਿਕਲਦਾ ਹੈ ਕਿਤੋਂ। ਸਿਰਫ ਜੇ ਵਿਚਾਰ ਕੇ ਦੇਖੀਏ, ਗੁਰੂ ਘਰ ਦੇ ਵਿੱਚ ਹੀ ਸਾਰਾ ਕੁਝ ਹੈ, ਗੁਰੂ ਸਾਹਿਬ ਦੇ ਕੋਲ ਹੀ ਸਾਰਾ ਕੁਝ ਹੈ। ਬਹੁਤ ਹੀ ਜ਼ਿਆਦਾ ਉਸ ਸਿਆਣਪ ਤੇ ਡੂੰਘਾਈ ਵੱਲ ਜਾਣ ਦੀ ਇੱਛਾ ਛੱਡ ਕੇ ਪ੍ਰਾਪਤੀ ਦੀ ਇੱਛਾ ਤੇ ਰਸ ਦੀ ਇੱਛਾ ਲਈ ਮਿਹਨਤ ਅਭਿਆਸ ਆਪਣਾ ਕਰੀਏ ਆਪ, ਫੇਰ ਕਿਰਪਾ ਹੋ ਸਕਦੀ ਮਹਾਰਾਜ ਸੱਚੇ ਪਾਤਸ਼ਾਹ ਦੀ। ਇੱਕ ਪਾਸੇ ਤਾਂ ਰੱਬ ਦੇ ਪਿਆਰੇ ਇੰਨੀ ਉਚਾਈ 'ਚ ਚਲੇ ਗਏ ਨੇ ਜਿਨ੍ਹਾਂ ਨੂੰ ਸਾਰਾ ਕੁਝ ਤਿੰਨੇ ਲੋਕ ਅੱਖਾਂ ਨਾਲ ਦਿਖੀ ਜਾਂਦੇ ਨੇ, ਇੱਕ ਪਾਸੇ ਉਹ ਨੇ ਜਿਨ੍ਹਾਂ ਨੂੰ ਦਿਖਦਾ ਹੀ ਕੁਝ ਨਹੀਂ। ਬਹੁਤ ਫਰਕ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਸੱਚੈ ਪਾਤਸ਼ਾਹ ਡੁੱਬਦਾ ਲਿਆ ਕਢਾਏ। ਕਹਿੰਦੇ ਮੈਂ ਡੁੱਬਦਾ ਜਾਂਦਾ ਸੀ, ਪਰ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਗੁਰੂ ਰੂਪ ਮਲਾਹ ਪਾਸੋਂ ਮੈਨੂੰ ਕਢਵਾ ਲਿੱਤਾ। ਅਕਾਲ ਪੁਰਖ ਨੇ ਕਿਰਪਾ ਕਰਤੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਰਾਹੀਂ ਮੈਨੂੰ ਇਹਦੇ ਵਿੱਚੋਂ ਕਢਾ ਲਿਆ। ਸ੍ਰੀ ਰਾਗ ਮਹੱਲਾ ਪੰਜਵਾ। ਘੜੀ ਮੋਹਤ ਕਾ ਪਾਹੁਣਾ ਕਾਜ ਸਵਾਰਨਹਾਰ। ਪੱਪੇ ਨੂੰ ਕੰਨਾ ਕਰਕੇ ਇਹ ਪਾਹੁਣਾ ਪਾਠ ਕਰਨਾ ਹੈ, ਪਾਹੁਣਾ ਨਹੀਂ ਕਰਨਾ। ਮਹਾਰਾਜ ਕਹਿੰਦੇ ਇਹ ਜੀਵ ਸੰਸਾਰ 'ਚ ਇੱਕ ਘੜੀ ਜਾਂ ਮੌਤ ਅੱਧੀ ਘੜੀ ਦਾ ਪ੍ਰਾਹੁਣਾ ਹੈ, ਪਰ ਆਪਣੇ ਆਪ ਨੂੰ ਅਮਰ ਸਮਝ ਕੇ ਕਈ ਕੰਮਾਂ ਦੇ ਸਵਾਰਨ ਵਾਲਾ ਹੋ ਰਿਹਾ ਹੈ। ਲੰਬੀਆਂ ਲੰਬੀਆਂ ਸਕੀਮਾਂ ਘੜੀ ਬੈਠਾ, ਪਤਾ ਨਹੀਂ ਕਿ ਹੁਣੇ ਸਵਾਸ ਨਿਕਲ ਜਾਣੇ ਨੇ, ਘੜੀ ਨੂੰ, ਅੱਧੀ ਘੜੀ ਨੂੰ, ਇੱਕ ਸਵਾਸ ਆਉਣਾ ਕਿ ਨਹੀਂ ਆਉਣਾ ਦੁਬਾਰਾ ਅਗਲਾ। ਪਰ ਸਕੀਮਾਂ ਜਿਹੜੀਆਂ ਬਹੁਤ ਵੱਡੀਆਂ ਇਹਦੀਆਂ। ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ। ਮਾਇਆ ਦੇ ਕੰਮਾਂ 'ਚ ਇਹੋ ਜਿਹਾ ਲੱਗਿਆ ਹੈ ਮੂਰਖ, ਮੌਤ ਨੂੰ ਆਪਣੇ ਕੋਲ ਨਹੀਂ ਸਮਝਦਾ ਵੀ ਮੌਤ ਤਾਂ ਸਿਰ ਦੇ ਉੱਤੇ ਨਾਲ ਹੀ ਫਿੱਟ ਕੀਤੀ ਹੋਈ ਹੈ, ਬਿਲਕੁਲ ਸਮਾਂ ਬਣਿਆ, ਜਦੋਂ ਖਤਮ ਹੋ ਗਿਆ ਉਸੇ ਵਕਤ ਝੱਟ ਹੀ ਸਾਰਾ ਕੁਝ ਖਤਮ ਹੋ ਜਾਣਾ। ਆ ਦੇਹੀ ਦੂਹੀ ਸਭ ਛੱਡ ਕੇ ਜਾਣਾ ਪੈਂਦਾ। ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ। ਜਦ ਇੱਥੋਂ ਉੱਠ ਕੇ ਤੁਰਿਆ ਤਾਂ ਜਿੰਦ ਦਾ ਜਿਹੜਾ ਦੁਸ਼ਮਣ ਹੈ ਸਾਡਾ ਜਮਦੂਤਾਂ ਦੇ ਵਸ ਪੈ ਗਿਆ, ਫਿਰ ਪਛਤਾਵਾ ਹੀ ਰਹਿ ਜਾਂਦਾ ਮਨ 'ਚ। ਆਪਣੀ ਉਮਰ ਨੂੰ ਦੇਖੋ ਕਿ ਕਿੰਨੀ, ਮਹਾਰਾਜ ਕਹਿੰਦੇ ਹਮੇਸ਼ਾ ਆਪਣੀ ਉਮਰ ਵੱਲ ਇਸ ਤਰ੍ਹਾਂ ਨਹੀਂ ਸੋਚਣਾ ਕਿ ਹਲੇ ਤਾਂ ਮੇਰੇ ਕਾਲੀ ਦਾੜੀ ਵਾਲ ਤਾਂ ਬਹੁਤ ਲੰਬਾ ਸਮਾਂ ਪਿਆ, ਵੀ ਹਲੇ ਮੇਰੇ ਚਿੱਟੀ ਆਉਣੀ, ਇੱਥੇ ਕੋਈ ਹਿਸਾਬ ਨਹੀਂ ਲੱਗਦਾ। ਜਾਂ ਕੋਈ ਕਹੇ ਹਲੇ ਤਾਂ ਮੇਰੇ ਦਾੜੀ ਹੀ ਨਹੀਂ ਆਈ, ਜਾਂ ਕੋਈ ਕਹੇ ਹਲੇ ਤਾਂ ਮੇਰੇ ਅੱਧ ਕਾਲੇ ਜਿਹੇ ਨੇ, ਹਲੇ ਤਾਂ ਪੂਰੇ ਚਿੱਟੇ ਹੋਣਗੇ ਫੇਰ ਜਾਊਂਗਾ। ਮਹਾਰਾਜ ਕਹਿੰਦੇ ਇਹ ਨਾ ਸੋਚ 'ਚ ਪੈ ਜਾਓ ਕਿਤੇ, ਇੱਥੇ ਤਾਂ ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਧੀ ਕਛ ਬੰਦ, ਉਹ ਬੇਰਾ ਨਹਿ ਬੂਝੀਆ ਜੋ ਆਏ ਪਰੈ ਜਮ ਫੰਦ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਜਿਹੜੀ ਬੰਦਿਆ ਹਾਲਤ ਐਸੀ ਆ, ਅੰਧੇ ਤੂੰ ਬੈਠਾ ਕੰਧੀ ਪਾਹੇ। ਕਹਿੰਦੇ ਅੰਨਿਆ ਗਿਆਨੀ ਪੁਰਸ਼ਾ ਕਾਲ ਰੂਪ ਨਦੀ ਚੱਲ ਰਹੀ, ਤੂੰ ਤਾਂ ਉਹਦੇ ਕੰਧੀ ਤੇ ਕਿਨਾਰੇ ਤੇ ਬੈਠਾ ਹੈ। 24,000 ਸਵਾਸ ਨਿਕਲੇ ਰੂਪ ਮਣਾ ਜਿਹੜਾ ਤੇਰਾ ਢਹਿ ਰਿਹਾ, ਤੂੰ ਆਪਣੇ ਆਪ ਨੂੰ ਸੰਭਾਲਣਾ ਕਰ। ਜਿਵੇਂ ਕੋਈ ਨਦੀ ਦੇ ਕਿਨਾਰੇ ਤੇ ਰੁੱਖੜਾ ਹੋਵੇ, ਪਾਣੀ ਨਦੀ ਦਾ ਤੇਜ਼ ਚੱਲਦਾ 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 ਹੌਲੀ ਹੌਲੀ ਉਹ ਕਿਨਾਰਾ ਢਹਿ ਕੇ ਦਰਖਤ ਧੜਮ ਕਰਕੇ ਪਾਣੀ ਡਿੱਗ ਪੈਂਦਾ। ਕਹਿੰਦੇ ਬੰਦਿਆ ਤੂੰ ਵੀ ਐਂ ਡਿੱਗ ਪੈਣਾ। ਇਹ ਕਾਲ ਦੀ ਨਦੀ ਚੱਲ ਰਹੀ ਹੈ, ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਸੀਜੈ, ਕਾਲ ਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਇਹ ਸਮਾਂ ਨਹੀਂ ਲੱਗਣਾ ਮੁੜ ਕੇ ਸੰਭਲਣ ਦਾ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜਮਦੂਤਾਂ ਨੇ ਆ ਕੇ ਗਿੱਚੀਆਂ ਫੜ ਲੈਣਾ। ਜੇ ਹੋਵੇ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਓ। ਮਹਾਰਾਜ ਕਹਿੰਦੇ ਜੇ ਕੋਈ ਪੂਰਬਲੇ ਪਿਛਲੇ ਜਨਮ ਦੇ ਕੀਤੇ ਹੋਏ ਚੰਗਾ ਕਰਮਾਂ ਦਾ ਫਲ ਲਿਖਿਆ ਹੋਇਆ ਹੋਵੇਗਾ ਨਾ, ਕਿਤੇ ਮਾੜੇ ਜਿਹੇ ਭਾਗ ਜਾਗ ਪੈਣ ਤਾਂ ਗੁਰੂ ਸਾਹਿਬ ਦੇ ਦਰ ਤੇ ਆ ਕੇ ਬੰਦਾ ਕਮਾਈ ਕਰਦਾ। ਫੇਰ ਭਾਗਾਂ ਦੇ ਨਾਲ ਇਹ ਨਾ ਕਹੋ ਵੀ ਮੈਂ ਗੁਰੂ ਘਰ ਆ ਗਿਆ, ਕੋਈ ਆਸਾਨ ਨਹੀਂ, ਕੋਈ ਮਸਤਕ ਤੇ ਲਿਖਿਆ ਹੀ ਹੋਇਆ ਤਾਂ ਆ ਗਿਆ। ਜਿਨ੍ਹਾਂ ਦੇ ਮੱਥੇ ਤੇ ਲਿਖਿਆ ਹੀ ਨਹੀਂ ਹੋਇਆ ਉਹ ਆ ਹੀ ਨਹੀਂ ਸਕਦੇ, ਜ਼ੋਰ ਲਾ ਲੈਣ ਉਹ ਨਹੀਂ ਆ ਸਕਦੇ ਇੱਥੇ। ਇਹ ਵੀ ਐਂਟਰੀ ਆਪਣੀ ਲਿਖੀ ਹੋਈ ਹੈ ਇੱਥੇ, ਮਹਾਰਾਜ ਦੇ ਦਰ ਤੇ ਆਉਣਾ ਮੱਥੇ ਤੇ ਲਿਖਿਆ ਹੋਇਆ ਹੋਣ ਕਰਕੇ ਹੀ ਆਏ ਆ।
ਤਾਂ ਸਤਿਗੁਰੂ ਸਾਨੂੰ ਦਰ ਤੇ ਲੈ ਕੇ ਸੰਭਲ ਜਾ, ਵਿਚਾਰ ਕਰ ਲੈ, ਮੌਕਾ ਸੰਭਾਲ ਲੈ। ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਮੌਕਾ ਦਿੰਦੇ ਨੇ ਸੰਭਲਣ ਦਾ, ਬਾਰ-ਬਾਰ ਬੰਦੇ ਨੂੰ ਕਾਫੀ ਸਮਾਂ ਮੌਕਾ ਦਿੰਦੇ ਰਹਿੰਦੇ ਨੇ। ਸ਼ਾਇਦ ਅੱਜ ਸਮਝੇ, ਕੱਲ ਸਮਝੇ, ਪਰਸੋਂ ਸਮਝੇ। ਹਰੀ ਨਾਹੀ ਨਹਿ ਡੱਡੁਰੀ ਪੱਕੀ ਵੱਢਣਹਾਰ। ਕਹਿੰਦੇ ਜਿਵੇਂ ਜ਼ਿਮੀਂਦਾਰ ਦੀ ਮਰਜ਼ੀ ਆ, ਭਾਵੇਂ ਹਰੀ ਖੇਤੀ ਵੱਢ ਲਵੇ, ਭਾਵੇਂ ਡੱਡਿਆਂ ਵਾਲੀ ਵੱਢ ਲਵੇ ਅੱਧ ਪੱਕੀ ਜੀ, ਤੇ ਭਾਵੇਂ ਕਹਿੰਦੇ ਹਰੀ ਖੇਤੀ ਵੱਢ ਲਵੇ, ਭਾਵੇਂ ਡੱਡਿਆਂ ਵਾਲੀ ਵੀ ਨਾ ਵੱਢੇ। ਤਾਂ ਜਿਸ ਵੇਲੇ ਖੇਤੀ ਪੱਕ ਜਾਂਦੀ ਹੈ ਤਾਂ ਵੱਢਣ ਵਾਲਾ ਹੋ ਕੇ ਪੱਕੀ ਖੇਤੀ ਨੂੰ ਵੀ ਵੱਢ ਲੈਂਦਾ ਹੈ, ਉਹਦੀ ਮਰਜ਼ੀ ਹੈ। ਪਰਮਾਤਮਾ ਦੀ ਖੇਤੀ ਹਾਂ ਆਪਾਂ ਜੇ ਆਪਾਂ ਕਹੀਏ ਕਿ ਆਪਣੇ ਵੱਸ ਵਿੱਚ ਕੁਛ ਹੈ, ਤੁਸੀਂ ਆਪਣੇ ਮੂੰਹ ਚੋਂ ਕੋਈ ਗੱਲ ਕਹਿ ਕੇ ਪੂਰੀ ਕਰਕੇ ਦਿਖਾ ਦਿਓ। ਤੁਸੀਂ ਉਹ ਕਹੋ ਵੀ ਮੈਂ ਆਹ ਗੱਲ ਕਰ ਦਿਆਂਗਾ ਕੱਲ ਨੂੰ, ਤੁਸੀਂ ਫਿਰ ਕੱਲ ਨੂੰ ਉਹ ਕਰਕੇ ਦਿਖਾਓ। ਮਿੱਥ ਕੇ ਕੋਈ ਵੀ ਨਹੀਂ ਹੁੰਦੀ, ਕੀ ਪਤਾ ਕੱਲ ਨੂੰ ਕਿੱਧਰ ਨੂੰ ਤੁਰ ਜਾਣਾ ਆਪਾਂ ਨੇ। ਇਸ ਕਰਕੇ ਨਿਰੰਕਾਰ ਤੋਂ ਡਰੋ, ਸਤਿਗੁਰੂ ਸੱਚੇ ਪਾਤਸ਼ਾਹ ਦੇ ਭੈ ਦੇ ਸੰਯੁਕਤ ਹੋ ਕੇ ਚੱਲੀਏ। ਨਿਰੰਕਾਰ ਨੂੰ ਪਤਾ ਹੈ ਅਸਲੀਅਤ, ਸਤਿਗੁਰੂ ਨੂੰ ਅਸਲੀਅਤ ਦਾ ਗਿਆਨ ਹੈ। ਕਿਸੇ ਨੂੰ ਅਸਲੀਅਤ ਦਾ ਪਤਾ ਹੀ ਨਹੀਂ ਕਿ ਕੀ ਹੋਣ ਵਾਲਾ, ਕਦੋਂ ਹੋਣ ਵਾਲਾ, ਮੇਰੇ ਲੇਖ ਕਹੇ ਜਿਹੇ ਨੇ, ਅੱਗੇ ਮੇਰੇ ਨਾਲ ਕੀ ਬੀਤੇਗਾ, ਇਸ ਗੱਲ ਦਾ ਕਿਸੇ ਨੂੰ ਗਿਆਨ ਨਹੀਂ। ਲੈ ਲੈ ਦਾਤ ਬਹੁਤਿਆ ਲਾਵੇ ਕਰ ਤੈਯਾਰ। ਹੁਣ ਖੇਤੀ ਨੂੰ ਵੱਢਣ ਵਾਲਾ ਜਿਹੜਾ ਦਿਹਾੜੀਦਾਰ ਮਨੁੱਖ ਨੇ, ਉਹਨਾਂ ਨੂੰ ਲਾਵੇ ਕਹਿੰਦੇ ਨੇ। ਲਾਵੇ ਲੈ ਕੇ ਜਿਹੜਾ ਸੀ ਲਾਵਿਆਂ ਨੂੰ ਤਿਆਰ ਕਰਦਾ ਜ਼ਿਮੀਂਦਾਰ ਦਾਤੀਆਂ ਲੈ ਕੇ ਖੇਤ ਦੇ ਕੋਲ ਪਹੁੰਚ ਗਿਆ। ਚਲੋ ਬਈ, ਜਾਂ ਹੁਕਮ ਹੋਆ ਹੁਕਮ ਕਿਰਸਾਨ ਦਾ, ਤਾਂ ਲੁਣ ਮਿਣਿਆ ਖੇਤਾਰ। ਜਿਸ ਵੇਲੇ ਜ਼ਿਮੀਂਦਾਰ ਦਾ ਹੁਕਮ ਹੋਇਆ, ਲਓ ਵੀ ਸ਼ੁਰੂ ਕਰ ਦਿਓ ਕੰਮ, ਤਾਂ ਉਹਨਾਂ ਲਾਵਿਆਂ ਨੇ ਜਿਹੜਾ ਸਾਰਾ ਖੇਤ ਸੀ ਨਾ, ਉਹਨੂੰ ਚੰਗੀ ਤਰ੍ਹਾਂ ਮਿਣ ਕੇ ਕੱਟ ਦਿੱਤਾ। ਵੀ ਇੰਨਾ ਖੇਤ ਵੱਢਿਆ, ਇੰਨਾ ਵੱਢਿਆ, ਇੰਨੀ ਵੱਢ ਲਈ, ਵਾਢੀ ਕਰ ਲਈ। ਇਸੇ ਤਰ੍ਹਾਂ ਕਹਿੰਦੇ ਪ੍ਰਮਾਤਮਾ ਰੂਪ ਜ਼ਿਮੀਂਦਾਰ ਦੀ ਮਰਜ਼ੀ ਹੈ, ਭਾਵੇਂ ਬਾਲਕ ਅਵਸਥਾ 'ਚ ਮਾਰ ਦੇਵੇ, ਜਵਾਨੀ 'ਚ ਮਾਰ ਲਵੇ। ਸੋ ਹਰੀ ਨਾਹੀ, ਬਾਲਕ ਅਵਸਥਾ ਦੇ ਵਿੱਚ ਮਾਰੇ ਉਹਦੀ ਮਰਜ਼ੀ, ਡੱਡਰੀ ਜਵਾਨੀ 'ਚ ਵੀ ਮਾਰ ਸਕਦਾ। ਜਿਸ ਵੇਲੇ ਸਰੀਰ ਰੂਪ ਖੇਤੀ ਪੱਕ ਜਾਵੇ, ਵਡੇਪਾ ਆ ਜਾਵੇ, ਉਸ ਵੇਲੇ ਵੀ ਮਾਰ ਸਕਦਾ ਉਹ। ਜਿਸ ਵੇਲੇ ਜਿਹੜੇ ਜਮਦੂਤਾਂ ਰੂਪ ਲਾਵਿਆਂ ਨੂੰ ਤਿਆਰ ਕਰਦਾ, ਜਾਓ ਵੀ ਦਾਤੀਆਂ ਫੜ ਲਓ ਹੱਥ 'ਚ, ਗੁਰਜਾਂ ਲੈ ਕੇ, ਛਵੀਆਂ ਲੈ ਕੇ ਪਹੁੰਚ ਜਾਓ ਉੱਥੇ। ਪਰਮਾਤਮਾ ਦਾ ਹੁਕਮ ਹੋਇਆ, ਜਮਦੂਤਾਂ ਨੇ ਸਰੀਰ ਰੂਪ ਖੇਤ ਨੂੰ ਮਿਣ ਕੇ ਉੱਥੇ ਹੀ ਇਹਦੇ ਸਵਾਸ ਕੱਢ ਲੈਣੇ, ਕਿਉਂਕਿ ਉਹ ਪਹਿਲਾਂ ਹੀ ਖੜ ਜਾਂਦੇ ਆ ਕੇ, ਇੱਕਦਮ ਦਬਦੇ ਨੇ ਬੰਦੇ ਨੂੰ। ਕਹਿੰਦੇ ਨੇ ਫਲਾਨਾ ਬੰਦਾ ਮਰਨ ਲੱਗਿਆ ਸੀ, ਉਹਨੂੰ ਇੱਕਦਮ ਅੱਖਾਂ ਅੱਗੇ ਹਨੇਰਾ ਆ ਗਿਆ, ਕੰਨਾਂ ਤੋਂ ਸੁਣਨੋਂ ਹਟ ਗਿਆ, ਹੱਥ ਪੈਰ ਹਿੱਲਣੋਂ ਹਟ ਗਏ। ਕਹਿੰਦੇ ਮੁੜ ਕੇ ਬੋਲ ਨਹੀਂ ਸਕਿਆ, ਮੂੰਹ ਚੋਂ ਊਂ ਦੀ ਆਵਾਜ਼ ਆਉਂਦੀ। ਉਹ ਵੀ ਬੜੇ ਪੀਰ ਨੇ, ਪਹਿਲਾਂ ਹੀ ਦੱਬ ਲੈਂਦੇ, ਮੂੰਹ ਚੋਂ ਕੋਈ ਗੱਲ ਹੀ ਨਾ ਕਹਿ ਸਕੇ। ਕਹਿੰਦੇ ਹੁਣ ਨਹੀਂ ਵਾਹਿਗੁਰੂ ਕਹਿਣ ਦਿੰਦੇ, ਜਦ ਜਿਉਂਦੇ ਜੀ ਨਹੀਂ ਕਿਹਾ। ਕਈ ਕਹਿੰਦੇ ਮਰਨ ਵੇਲੇ ਕਹਿ ਲਾਂਗੇ, ਕਹਿ ਕੇ ਦੇਖਿਓ ਤਾਂ ਐਦਾਂ ਤੁਹਾਡਾ ਰਾਜ ਤਾਂ ਨਹੀਂ ਚੱਲਦਾ ਇੱਥੇ। ਰਾਜ ਪਰਮਾਤਮਾ ਦਾ ਚੱਲਦਾ, ਰਾਜ ਸਤਿਗੁਰਾਂ ਦਾ। ਜਿਹਦੇ ਮੂੰਹ ਚੋਂ ਕਢਾਉਣਗੇ ਉਹੀ ਵਾਹਿਗੁਰੂ ਕਹੂਗਾ। ਤੇ ਐਵੇਂ ਕਹਿ ਦੋ ਸ਼ਰਾਰਤੀ ਚੰਚਲ ਲੋਕ ਜਿਹੜੇ ਨੇ, ਉਹ ਕਹਿੰਦੇ ਅੰਤ ਨੂੰ ਕਹਿ ਲਾਂਗੇ, ਅਖੀਰ ਤੇ ਜਾ ਕੇ। ਕੋਈ ਕਹਿੰਦੇ ਬੁੜੇ ਹੋ ਕੇ ਅਮਰ ਛਕ ਲਾਂਗੇ, ਬੁੜੇ ਹੋ ਕੇ ਅਮਰ ਛਕ ਲਾਂਗੇ। ਤੋ ਘਰਦਿਆਂ ਨੂੰ ਕਹਿੰਦੇ ਬੁੜੇ ਹੋ ਕੇ ਪਹਿਲੀ ਕਲਾਸ 'ਚ ਦਾਖਲ ਹੋ ਜਾਾਂਗੇ, ਫਿਰ ਕਹਾਂ ਐਮਏ ਕਦ ਕਰਨੀ ਹੈ? 80 ਸਾਲ ਦਾ ਬੁੜਾ ਪਹਿਲੀ ਕਲਾਸ 'ਚ ਬਿਠਾ ਦਈਏ, ਉਧਰੋਂ ਸਰੀਰ ਛੱਡਣਾ, ਐਮਏ ਕਦ ਕਰੂਗਾ ਉਹ? ਇਹ ਵੀ ਸਾਡੀ ਐਮਏ ਆ, PhD ਕਰਨੀ ਇਹਦੇ 'ਚ। ਮਹਾਰਾਜ ਕਹਿੰਦੇ ਜਦੋਂ 8 ਸਾਲ ਤੋਂ ਉੱਤੇ ਭਚੰਗੀ ਹੋ ਜੇ, 10 ਸਾਲ ਦਾ ਕਿਰਿਆ ਸਾਂਭਣ ਜੋਗਾ, ਉਦੋਂ ਉਹਨੂੰ ਅੰਮ੍ਰਿਤ ਛਕਾ ਦਿਓ। ਉਦੋਂ ਅੰਮ੍ਰਿਤ ਛਕ ਕੇ ਨਿਤਨੇਮੀ ਹੋ ਜੇ, ਪ੍ਰੇਮੀ ਹੋ ਜੇ, ਸਾਂਭ ਸੰਭਾਲ ਕਰਨੀ ਹੈ। ਸਾਡਾ ਮੂਲ ਕੰਮ ਉਹ ਹੈ, ਅੰਮ੍ਰਿਤ ਛਕ ਕੇ ਬੱਚਿਆਂ ਨੂੰ ਅੱਗੇ ਤੋਰਨਾ। ਜਿਹੜੇ ਪਰਿਵਾਰ 'ਚ ਸਿੱਖੀ ਆ, ਬਸ ਉਹੀ ਪਰਿਵਾਰ ਅਮੀਰ ਹੈ। ਜਿਹੜੇ ਪਰਿਵਾਰ 'ਚ ਸਿੱਖੀ ਨਹੀਂ, ਉਹ ਭਾਵੇਂ ਅਰਬਾਂ ਖਰਬਾਂ ਪਤੀ, ਭਾਵੇਂ ਹੀਰਿਆਂ ਦੇ ਨਾਲ ਮਕਾਨ ਲੱਦ ਲੈਣ, ਉਹਦਾ ਕੋਲ ਸਿੱਖੀ ਨਹੀਂ ਹੈ। ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਣਾ ਹੈ। ਭਾਵੇਂ ਉਹ ਕਿਤੇ ਸਵਰਗਾਂ 'ਚ ਜਾ ਕੇ ਜਿੱਤ ਕੇ ਬਹਿ ਜਾਣ। ਰਾਵਣ ਦੇ ਘਰ ਘਾਟਾ ਸੀ ਮਾਇਆ ਦਾ, ਸੋਨੇ ਦੀ ਲੰਕਾ, ਲੰਕਾ ਗੜ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਹਰਨਾਕਸ਼ ਕੋਲ ਘਾਟਾ ਸੀ ਮਾਇਆ ਦਾ। ਗੱਲ ਪੈਸਿਆਂ ਦੀ ਨਹੀਂ, ਗੱਲ ਹੈ ਸਿੱਖੀ ਦੀ, ਕਿ ਸਾਡੇ ਕੋਲ ਨਾਮ ਹੈ, ਸਿੱਖੀ ਹੈ, ਸਾਰਾ ਕੁਝ ਹੀ ਹੈ। ਜੇ ਘਰ 'ਚ ਪੈਸਾ ਤਾਂ ਬਹੁਤ ਹੈ, ਮਾਂ-ਬਾਪ ਤਾਂ ਬੈਠੇ ਰੋਈ ਜਾਂਦੇ ਨੇ, ਕਹਿੰਦੇ ਨਿਆਣਾ ਹੀ ਨਹੀਂ ਲੱਭਦਾ, ਕਿੱਧਰ ਨੂੰ ਚਲਿਆ ਗਿਆ, ਪੈਸੇ ਕੀ ਕਰਨੇ। ਇਸ ਕਰਕੇ ਜਿਵੇਂ ਕੋਈ ਪਰਿਵਾਰ ਸੀ, ਕਹਿੰਦੇ ਘਰ ਤਾਂ ਮੈਂ ਫਿਰ ਕੇ ਵੀ ਦੇਖਿਆ, ਥੱਲੇ ਬੇਸਮੈਂਟ ਹੀ ਬਹੁਤ ਜ਼ਿਆਦਾ ਵੱਡੀ, ਏਡਾ ਵੱਡਾ ਘਰ, ਇੰਨੇ ਲੱਖ ਡਾਲਰ ਦਾ ਘਰ, ਲੜਕਾ ਇੱਕੋ ਹੀ,
कहने वो खानी किहदे नाल तुर गया वो तो दोनों बैठे रोई जाण, हुण की हो सकदा। सतगुरु कहने ने सानू ये फिक्र आ कि तुसीं अपनी पनीरी नूं संभाल भी सकोगे। पहली पनीरी सिख बन गई, दूजी बन गई, चलो तीजी वेले तो काम खत्म हो जाना। इस करके सतगुरु कहने हुण आओ दसदे आ तुहानूं। पहला पहर धंधा गया, दूजा परस होया। रात का पहला पहर तो खाण पीण दे धंधिਆਂ 'ਚ बीत गया ਅਤੇ रात का दूजा पहर गूढ़ी नींद भर के सौ गया। तीजा झाख झखाया, चौथा भोर पया। रात के तीजे पहर जाके विषे विकारां दी झाख झखाया, गप्पा मारदा, इन्ने नूं चौथे पहर दे हुंदियां सवेर हो गया। ये तो एक प्रमाण है। इसे तरह महाराज कहने उम्र रूपी रात का पहला पहर तो बालक अवस्था विच खेड रूप धंधे 'ਚ बीत गया ते दूजी जिहड़ी अवस्था सीगी वो जोबन दी जवानी दी, वो हंकार दे विच लंघी, विकारां विच लंघी, नींद विच लंघी। कहने सौण नहीं दिंदे मैनूं। किन्ने वजे उठदा? कहने 10 वजे उठ खड़ीदा। सौण नहीं दिंदे घर दे, होर घर दे नहीं सौण दिंदे। वे सौ के खा पी के जवानी की अवस्था लंघा। अवस्था का तीजा पहर जदों आद खड़ अवस्था आई तो झखा मारदे लंघ गया, वडेपा आ रहा कि झखा ही मारी जांदा। हुण बहुत सारा धन इकट्ठा कर लवां, कहंदे हुण धन दी पै गई इहनूं। अवस्था रूपी रात का चौथा पहर वडेपा आया तो मौत रूप दिन आ गया, चढ़ गया दिन। महाराज कहने आ गया समा भाई तेरा, चल चलीए हुण। कहना जी मैं तो हले नाम जपिया ही नहीं, हले तो मैं कुछ भी नहीं किया। कहने सारी जिंदगी फालतू ही लंघा ली अपनी। कद ही चेतना आयो जिन जीओ पिंड दिया। जिस परमात्मा ने जीव दिता, जीओ आत्मा दिती, पिंड शरीर दिता, ਉਹਨੂੰ भी कदे चेते कर लैंदा कि परमात्मा ने मैनू आ दिता, मैनू आ दिता, सारा कुछ दिता। पहला भी दसिया सी जिवें कोई बंदा कहंदा ਉਹਦੇ चंगे भले घर 'ਚ बैठे, कारां 2 कोले आ, पत्नी नौकरी करदी है, आप वकील सीगा, ਉਹ कनेडा की गल है। कहंदा रब ने सानू दिता ही की है जी। मैं कहा बैग गेयर लवा दियां, वापस करा दें सारा कुछ, सारा ही हौली हौली खिसक जूगा। फिर सड़क ते खड़ के कहीं भी हुण कहीं रब ने सानू दिता ही की आ, मंगता बन के कहीं। मैं कहा जदों बैग गेयर लाउंदा फिर दिखा भी दिंदा, ਉਹ एक पी ना दे 10 पी हिर ले तो मूड़ा कहो कहाँ करे। कारां सारियां लै जू, घर लै जू, हौली हौली जे एक अख कढ़ ली, एक लत्त बांह वढ़ ली, फिर तैनू सारा कुछ दिता होया, तू ना इदां कर। रब दे नाल फ्री फंड दा सूरज ਇੱਥੇ ਬਿਜਲੀ ਵਾਲਿਆਂ ਦਾ ਬਿੱਲ ਭਰਦੇ ਫਿਰਦੇ ਹੋ, ਸੂਰਜ ਦਾ ਬਿੱਲ ਕਦੇ ਭਰਿਆ? ਜਿਹੜੀ ਧਰਤੀ ਤੇ ਰਹਿੰਦੇ ਦਾ ਕਦੇ ਕਿਰਾਇਆ ਦਿੱਤਾ? ਜਿਹੜੀ ਆਕਸੀਜਨ ਲੈਂਦੇ ਇਹਦਾ ਕਦੇ ਪੈਸਾ ਦਿੱਤਾ? ਹਸਪੀਟਲ ਵਾਲੇ ਆਕਸੀਜਨ ਦਾ ਕਿਰਾਇਆ ਲੈਂਦੇ। ਜਿਹੜੀ ਅੱਗ ਬਾਲਦੇ ਇਹਦਾ ਕਦੇ ਪੈਸਾ ਦਿੱਤਾ? ਇੱਥੇ ਬਿਜਲੀ ਦਾ ਬਿੱਲ ਭਰਦੇ ਫਿਰਦੇ ਆ। ਅੱਜ ਆ ਪਾਣੀ ਪੀਂਦੇ ਆ, ਪਾਣੀ ਵੀ ਤਾਂ ਪਰਮਾਤਮਾ ਨੇ ਦਿੱਤਾ, 5 ਤੱਤ ਦਿੱਤੇ ਨੇ ਪਰਮਾਤਮਾ ਨੇ। ਕਿਹੜੀ ਚੀਜ਼ नहीं दिती? जे प्रसाद छत्ती ही अमृत खाहे, तिस ठाकुर को रख मन माहे। जे प्रसाद सुगंध तम लावै, तिस सिमरत परमगत पावै। सारा कुछ तो दिता होया। हुण होर दसो रब की दे देवे तुहानू? हुण तुसीं तां ऐ कहने भी रब आप पासे हो के बहे ते मैनूं कहे तूं रब बन जा, बस एक ही कसर रह गई हुण तां। जिवें रावण कहंदा सी स्वर्गां नूं पौड़ियां ला लूं, स्वर्ग जित के फिर गाहां चल जूं, फिर गाहां चल जूं। हरनाक्ष तां कहंदा मैं ही रब हां, रब है ही नहीं कोई। ये बंदे की फितरत है। इस करके सतगुरु कहने जे तुसीं गुरसिख बने हो तां मेरे कोलों सुनो। सतगुरु कहने सारा कुछ किवें चलना जिंदगी च। साध संगत को वारिया, जियो किया कुर्बान। महाराज कहने मैं साध संगत तो बलिहार जावां। कहने मैं अपना जी नूं भी साध संगत तो कुर्बान कर दियां, शरीर भी कुर्बान कर दियां साध संगत तो। क्योंकि संगत बहुत वड्डी चीज़ है। जदों आपां संगत दे विच बैठदे हां, विच संगत हर प्रभ वसै जीओ। एक दीवा जगदा होवे किन्ना क चानण करदा, किते 2 दीवे जगदे ज्यादा चानण, 3 दा ज्यादा, 4 दा ज्यादा, 5 दा। जिथे 500 दीवा जगा दईए दिन चढ़ जांदा। हरेक बंदे दे अंदर एक जोत है। 2 जोतां बैठ गईयां, होर 3 बैठ गईयां, होर 500 जोत परमात्मा दी। ये दीवियां वांगू कोई किन्ने अभ्यास वाला, कोई किन्ने कर्मां वाला, कोई किन्ने भागां वाला। भागां वालियां जोतां जद इकट्ठियां हो के अभ्यासी सिमरन वाले बैठते ने तां इन्हां नूं देखण वड्डे वड्डे देवते भी आउंदे भी आ संगत, संगत नूं मत्था टेकदे हो। धन है संगत, धन है संगत, धन धन सत संगत। वो धरती उत्ते गुरु नानक दी होई संगत है, होर किते संगत तां दिखाओ। गुरु घरां तो बिना किते संगत जुड़दी देखी?
ਉਹ ਤਾਂ ਸਾਰੀ ਕੁਸੰਗਤ ਹੀ ਹੋ ਰਹੀ ਆ। ਜੇ ਕਿਤੇ ਲੱਖ ਬੰਦਾ ਬੈਠਾ ਵੀ ਉੱਥੇ ਤਾਂ ਸਮਝਾਇਆ ਜਾ ਰਿਹਾ ਆਤਮਾ ਨਿਰਲੇਪ ਹੈ, ਜੋ ਮਰਜ਼ੀ ਭੋਗੋ, ਖਾਓ ਪੀਓ, ਮौज ਕਰੋ, ਸਵੇਰੇ ਉੱਠਣ ਦੀ ਲੋੜ ਨਹੀਂ, ਕੋਈ ਗੱਲ ਨਹੀਂ। ਉਹ ਕਿਤੇ ਸੰਗਤ ਆ? ਉਹ ਤਾਂ ਸਾਰੀ ਕੁਸੰਗਤ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਨ। ਕਹਿੰਦੇ ਮੈਂ ਸੰਗਤ ਤੋਂ ਆਪਣਾ ਸਰੀਰ ਕੁਰਬਾਨ ਕਰਦਿਆਂ, ਸੰਗਤ ਤੋਂ ਜੀਵ ਆਤਮਾ ਕੁਰਬਾਨ ਕਰਦਿਆਂ ਆਪਣੀ, ਕਹਿੰਦੇ ਜੇ ਸਾਧ ਸੰਗਤ ਦੇ ਪ੍ਰਤਾਪ ਕਰਕੇ ਮੇਰੇ ਮਨ 'ਚ ਗਿਆਨ ਆਇਆ ਅਤੇ ਵਾਹਿਗੁਰੂ ਮਿਲਿਆ, ਤਾਂ ਸੰਗਤ ਦੀ ਇੰਨੀ ਉਪਮਾ ਕਰਦੇ ਸਤਿਗੁਰੂ। ਕਿਉਂਕਿ ਜਿਹੜੀ ਬਖਸ਼ਿਸ਼ ਸੰਗਤ ਵਿੱਚ ਹੋਣੀ ਆ ਨਾ, ਇਹ ਕਿਤੇ ਨਹੀਂ ਹੁੰਦੀ। ਸੰਗਤ ਵਿੱਚ ਬਹਿ ਕੇ ਬਖਸ਼ਿਸ਼ ਹੁੰਦੀ ਗੁਰਾਂ ਦੀ। ਇਸ ਕਰਕੇ ਹਮੇਸ਼ਾ ਇਹ ਖਿਆਲ ਕਰੋ ਕਿ ਸੰਗਤ ਵਿੱਚ ਜ਼ੋਰ ਲਾ ਕੇ ਵੀ ਕਿਵੇਂ ਪਹੁੰਚ ਜਾਓ, ਕਿ ਸੰਗਤ ਜ਼ਰੂਰ ਕਰਨੀ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਖਿਆਤ ਹਾਜ਼ਰ ਨਾਜ਼ਰ ਪਾਰ ਬ੍ਰਹਮ ਪਰਮੇਸ਼ਰ ਜਾਣ ਕੇ ਬੈਠੋ। ਇੱਕ ਗੱਲ ਪੱਕੀ ਮੰਨ ਲਓ, ਜਿਵੇਂ ਗੁਰੂ ਸਾਹਿਬ ਉਦੋਂ ਸੰਗਤ 'ਚ ਬਹਿੰਦੇ ਸੀ ਆਪਦੇ ਹੁੰਦਿਆਂ, ਹੁਣ ਵੀ ਜਿੱਥੇ ਸੰਗਤ ਹੁੰਦੀ ਸਤਿਗੁਰੂ ਆਪ ਹੀ ਬੈਠੇ ਹੁੰਦੇ ਨੇ। ਪਰ ਇੰਨਾ ਫਰਕ ਹੁੰਦਾ ਵੀ ਆਪਣੇ ਉਹ ਅੱਖਾਂ ਨਹੀਂ ਲੱਗੀਆਂ ਹੋਈਆਂ। ਜੇ ਉਹ ਅੱਖਾਂ ਲੱਗੀਆਂ ਹੋਣ ਤਾਂ ਆਪਾਂ ਪ੍ਰਤੱਖ ਦੇਖ ਲਈਏ ਕਿ ਸਾਰੇ ਪਾਤਸ਼ਾਹ ਬੈਠੇ। ਇੰਨੀ ਸੰਗਤ ਤੇ ਤਾਂ ਵੈਸੇ ਹੀ ਬਹੁਤ ਖੁਸ਼ ਹੋ ਜਾਂਦੇ ਮਹਾਰਾਜ ਵੀ ਸਾਡੀ ਸੰਗਤ ਬੈਠੀ, ਮੇਰੇ ਗੁਰਸਿੱਖ ਬੈਠੇ ਨੇ, ਮੇਰੇ ਪਿਆਰੇ ਬੈਠੇ ਨੇ, ਗੁਰਬਾਣੀ ਦੀ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਢਾਡੀਆਂ ਦੀਆਂ ਵਾਰਾਂ ਹੋ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਇਉਂ ਪ੍ਰਸੰਨ ਹੁੰਦੇ ਨੇ। ਨਾਨਕ ਡਿੱਠਾ ਸਦਾ ਨਾਲ ਹਰ ਅੰਤਰਜਾਮੀ ਜਾਣ। ਮਹਾਰਾਜ ਕਹਿੰਦੇ ਸਾਰੀਆਂ ਗੱਲਾਂ ਜਾਣਨ ਵਾਲਾ ਅੰਤਰਜਾਮੀ ਵਾਹਿਗੁਰੂ ਸਦਾ ਹੀ ਆਪਣੇ ਨਾਲ ਦੇਖਿਆ। ਕਿਵੇਂ ਜੀ? ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਕਿਰਪਾ ਹੋਈ ਮੇਰੇ ਤੇ, ਮੈਂ ਪ੍ਰਮਾਤਮਾ ਨੂੰ ਆਪਣੇ ਹਮੇਸ਼ਾ ਨਾਲ ਦੇਖਦਾ।